ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਜਿਹੜੇ ਆਪ ਸਮਾਂ ਕੱਢ ਕੇ ਇਸ ਬੈਠਕ ਦਾ ਹਿੱਸਾ ਬਣੇ ਹੋ। ਪਹਿਲਾਂ ਅਸੀਂ ਪਿਛਲੀਆਂ 3 ਬੈਠਕਾਂ ਦੇ ਵਿੱਚ ਪਹਿਲੀ ਬੈਠਕ ਦੇ ਵਿੱਚ ਭੂਮਿਕਾ, ਜਿਹਦੇ 'ਚ ਅਸੀਂ 8-10 ਨੁਕਤੇ ਸਾਹਮਣੇ ਲੈ ਕੇ ਆਏ ਸੀ ਔਰ ਸਾਰੇ ਨੁਕਤੇ ਆਪਾਂ ਵਿਚਾਰਾਂਗੇ। ਦੂਸਰੀ 'ਚ ਫਿਰ ਆਪਾਂ ਵਿਚਾਰ ਸ਼ੁਰੂ ਕੀਤੀ ਸੀ। ਏਕ ਓਮ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਅਕਾਲ ਪੁਰਖ ਦੇ ਗੁਣ ਨੇ, ਅਕਾਲ ਪੁਰਖ ਦਾ ਸਰੂਪ ਹੈ। ਔਰ ਉਹਦੇ ਬਾਅਦ ਵੱਖਰੀ ਲਾਈਨ ਦੇ ਵਿੱਚ ਜੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਆਪ ਜੀ ਦਰਸ਼ਨ ਕਰਦੇ ਹੋ, ਇਕੱਲਾ ਹੀ ਲਫ਼ਜ਼ ਲਿਖਿਆ, ਜਿੱਦਾਂ ਸਕਰੀਨ ਤੇ ਵੀ ਤੁਸੀਂ ਦੇਖ ਰਹੇ ਹੋ, 2 ਡੰਡੀਆਂ ਖੱਬੇ ਪਾਸੇ, ਜੱਜਾ ਪੱਪਾ, ਪੱਪੇ ਨੂੰ ਔਂਕੜ, ਫਿਰ 2 ਡੰਡੀਆਂ। ਇਹ ਕਿਸੇ ਬਾਣੀ ਦਾ ਨਾਮ ਨਹੀਂ ਹੈ। ਇਹ ਗੱਲ ਬਿਲਕੁਲ ਕਲੀਅਰ ਕਰ ਲਿਓ, ਮੈਂ ਰਿਪੀਟ ਕਰਾਂ 2-3 ਵਾਰੀ, ਇਹ ਬਾਣੀ ਦਾ ਨਾਮ ਨਹੀਂ ਹੈ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ। ਭੁਲੇਖੇ-ਵਸ, ਅਗਿਆਨਤਾ-ਵਸ ਅਸੀਂ ਇਹਨੂੰ ਜਪਜੀ ਸਾਹਿਬ ਬਣਾਤਾ, ਜਿਹੜਾ ਕਿ ਉੱਕਾ ਹੀ ਗਲਤ ਹੈ। ਅਕਾਲ ਪੁਰਖ ਦਾ ਸਰੂਪ ਲਿਖਣ ਤੋਂ ਬਾਅਦ ਇਹ ਹੈਡਿੰਗ ਆਇਆ ਔਰ ਸਕਰੀਨ ਤੇ ਜੇ ਆਪ ਜੀ ਦੇਖ ਰਹੇ ਹੋ, ਇਹ 3 ਸਪੈਲਿੰਗਸ ਆ ਰਹੇ, ਜੱਜਾ ਪੱਪਾ, ਪੱਪੇ ਨੂੰ ਔਂਕੜ, ਜੱਜਾ ਪੱਪਾ, ਪੱਪੇ ਨੂੰ ਸਿਹਾਰੀ, ਅਤੇ ਤੀਸਰਾ ਹੈ ਕੇਵਲ ਜੱਜਾ ਤੇ ਪੱਪਾ। ਹੁਣ ਜਦੋਂ ਆਪਾਂ ਬਾਣੀ ਸਰਵਣ ਕਰਦੇ ਹਾਂ, ਸਾਡੇ ਸਾਹਮਣੇ ਸ਼ਬਦਾਂ ਦੇ ਵਿੱਚ ਰਾਗੀ ਸਿੰਘ ਕੀਰਤਨ ਕਰਦੇ ਨੇ, ਪਾਠੀ ਸਿੰਘ ਪਾਠ ਕਰਦੇ ਨੇ, ਇਹ ਤਿੰਨੋਂ ਲਫ਼ਜ਼ ਆਉਂਦੇ ਨੇ। ਇਸ ਕਰਕੇ ਅਸੀਂ ਜ਼ੋਰ ਦਿੰਦੇ ਆ ਰਹੇ ਹਾਂ ਸ਼ੁਰੂ ਤੋਂ ਕਿ ਬਾਣੀ ਦੇ ਹਮੇਸ਼ਾ ਦਰਸ਼ਨ ਕਰਕੇ ਪੜ੍ਹੋ, ਬਾਣੀ ਨੂੰ ਦੇਖ ਕੇ ਪੜ੍ਹੋ। ਕਿਉਂਕਿ ਜਾਂ ਤੇ ਹੋਏ ਬਹੁਤ ਜ਼ਿਆਦਾ ਗਿਆਨ ਕਿ ਬਾਣੀ ਪੜ੍ਹਨ ਦੇ ਨਾਲ, ਕੇਵਲ ਜਾਂ ਸੁਣਨ ਦੇ ਨਾਲ ਸਾਨੂੰ ਇਹ ਪਤਾ ਲੱਗ ਜੇ ਕਿ ਇੱਥੇ ਕਿਹੜਾ ਅੱਖਰ ਵਰਤਿਆ ਜਾ ਰਿਹਾ, ਤੇ ਜੇ ਨਹੀਂ ਤੇ ਇਹ ਬਾਣੀ ਨੂੰ ਜ਼ਰੂਰ ਦੇਖੋ, ਦਰਸ਼ਨ ਕਰੋ। ਅੱਜ ਕੱਲ੍ਹ ਬਹੁਤ ਫੈਸਿਲਿਟੀ ਹੈ, ਸਾਡੇ ਹੱਥਾਂ 'ਚ ਫੋਨਸ ਨੇ, ਫੋਨ ਦੇ ਵਿੱਚ ਐਪਸ ਨੇ, ਔਰ ਆਪਾਂ ਝਟਪਟ ਖੋਲ ਕੇ ਗੁਰਬਾਣੀ ਦੇ ਦਰਸ਼ਨ ਕਰ ਸਕਦੇ ਹਾਂ, ਗੁਰਬਾਣੀ ਪੜ੍ਹ ਸਕਦੇ ਹਾਂ। ਹੁਣ ਆਪਾਂ ਇਹ ਵਿਚਾਰ ਅੱਜ ਕਰਨਾ ਹੈ, ਜਿਹੜਾ ਮੁੱਖ ਸਾਡਾ ਅੱਜ ਦਾ ਵਿਚਾਰ ਦਾ ਵਿਸ਼ਾ ਹੈ, ਉਹ ਹੈ ਜੱਜਾ ਪੱਪਾ ਤੇ ਪੱਪੇ ਨੂੰ ਔਂਕੜ, ਜਿਹਦੇ 2 ਡੰਡੀਆਂ ਖੱਬੇ ਪਾਸੇ ਤੇ 2 ਡੰਡੀਆਂ ਸੱਜੇ ਪਾਸੇ, ਜਿਹਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਕਿਸੇ ਬਾਣੀ ਦਾ ਨਾਮ ਨਹੀਂ ਹੈ, ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ।
ਇਹ ਜਦੋਂ ਪੱਪੇ ਨੂੰ ਔਂਕੜ ਲੱਗ ਜਾਂਦਾ ਹੈ, ਉਦੋਂ ਇਹ ਹੁਕਮ ਬਣ ਜਾਂਦਾ ਹੈ। ਇਹ ਹੈਡਿੰਗ ਇੱਥੇ ਇਸ ਕਰਕੇ ਆਇਆ ਕਿ ਅੱਗੇ ਜਿੰਨਾ ਵੀ ਗਿਆਨ ਆ ਰਿਹਾ ਹੈ, ਉਸ ਗਿਆਨ ਨੇ, ਉਸ ਬ੍ਰਹਮ ਗਿਆਨ ਨੇ ਸਾਨੂੰ ਐਸ ਪਾਸੇ ਲਾਉਣਾ ਹੈ, ਆਹ ਕੰਮ ਕਰਨ ਵਾਸਤੇ ਕਹਿਣਾ ਹੈ। ਇੱਕ ਵਾਰ ਫੇਰ ਇਹ 3 ਸਪੈਲਿੰਗਸ ਚੱਲਦੇ ਆ ਜੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ। ਜੱਜਾ ਪੱਪਾ ਔਂਕੜ, ਇਹ ਹੈ ਹੁਕਮ ਕਿ ਨਾਮ ਜਪਣਾ ਹੈ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਅਤੇ ਦੂਸਰੇ ਨੰਬਰ ਤੇ ਹੈ ਜੱਜਾ ਪੱਪਾ ਪੱਪੇ ਨੂੰ ਸਿਹਾਰੀ ਕਿ ਇਹ ਜਪ ਕੇ ਸਾਨੂੰ ਹੋਣਾ ਕੀ ਹੈ, ਇਹਦੇ ਜਪਣ ਦੇ ਫਾਇਦੇ ਕੀ ਨੇ। ਔਰ ਇੱਕ ਬੜੇ ਕਮਾਲ ਦੀ ਗੱਲ ਦੱਸਦਾ, ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੀਜ਼ ਲਾਗੂ ਹੋਏਗੀ। ਜਦੋਂ ਵੀ ਕਿਤੇ ਪੜ੍ਹੋ, ਸੁਣੋ, ਦੇਖੋ, ਜਿਹੜਾ ਜੱਜਾ ਤੇ ਪੱਪਾ ਅੱਖਰ ਹੈ, ਕੇਵਲ ਜਿਹੜਾ ਤੀਸਰਾ ਮੈਂ ਅੱਖਰ ਦੀ ਗੱਲ ਕਰ ਰਿਹਾ, ਇਹਨੂੰ ਮੈਂ ਬਾਕਸ ਦੇ ਵਿੱਚ ਪਾ ਰਿਹਾ। ਇਹ ਰਿਜੈਕਟਿਡ ਹੈ, ਇਹ ਬਿਲਕੁਲ ਰਿਜੈਕਟਿਡ ਹੈ। ਬਾਣੀ ਚੋਂ ਆਪਾਂ ਭੇਦ ਕੱਢਣੇ ਹੈ, ਰਹੱਸ ਕੱਢਣੇ ਹੈ, ਇਹ ਨੈਗੇਟਿਵ ਹੈ, ਇਹ ਕਰਮ ਕਾਂਡ ਵੱਲ ਇਸ਼ਾਰਾ ਹੈ, ਇਹ ਹਿੰਦੂਇਜ਼ਮ ਵੱਲ ਇਸ਼ਾਰਾ ਹੈ। ਉਹ ਅਸੀਂ ਆਪਾਂ ਸ਼ਬਦ ਲਵਾਂਗੇ ਔਰ ਹੌਲੀ ਹੌਲੀ ਸ਼ਬਦਾਂ ਦੇ ਜ਼ਰੀਏ ਇਹ ਚੀਜ਼ਾਂ ਖੋਲਾਂਗੇ। ਹੁਣ ਇੱਥੋਂ ਅੱਜ ਤੋਂ ਜਿਹੜੇ ਵੀ ਸਰੋਤੇ ਸੁਣਨ ਵਾਲੇ ਨੇ ਜਾਂ ਨਾਲ ਬੈਠਕ ਦੇ ਵਿੱਚ ਸ਼ਾਮਲ ਹੋਣ ਵਾਲੇ ਨੇ, ਆਪਣਾ ਫਰਜ਼ ਸਮਝ ਲਓ, ਆਪਣੀ ਡਿਊਟੀ ਸਮਝ ਲਓ ਕਿ ਜੇ ਆਪਾਂ ਇਹ ਟਾਈਮ ਇੱਥੇ ਆਪਣੀ ਜ਼ਿੰਦਗੀ ਦਾ ਲਾ ਰਹੇ ਹਾਂ ਇਸ ਬੈਠਕ ਦੇ ਵਿੱਚ 1-1.5 ਘੰਟਾ, ਸਾਡਾ ਫਰਜ਼ ਹੈ ਕਿ ਅਸੀਂ ਆਪ ਵੀ ਖੋਜ ਕਰਨੀ ਸ਼ੁਰੂ ਕਰਨੀ ਹੈ। ਮੈਂ ਤੇ ਗੱਲ ਕਰਕੇ ਲਾਂਭੇ ਹੋ ਜਾਊਂਗਾ ਹਫ਼ਤੇ ਵਾਸਤੇ, ਲੇਕਿਨ ਤੁਸੀਂ ਸਿਰਫ ਇਸ ਘੰਟੇ ਤੇ ਰਿਲਾਈ ਨਹੀਂ ਕਰਨਾ, ਤੁਸੀਂ ਆਪ ਵੀ ਕੋਸ਼ਿਸ਼ ਕਰਨੀ ਹੈ, ਬਾਣੀ ਪੜ੍ਹਨੀ ਹੈ ਸਮਝਣ ਵਾਸਤੇ, ਫਾਰਮੈਲਿਟੀ ਵਾਸਤੇ ਨਹੀਂ ਕਿ ਅੱਜ ਮੈਂ ਇੰਨੀ ਬਾਣੀ ਪੜ੍ਹ ਦੇਣੀ ਹੈ, ਸਮਝਣ ਵਾਸਤੇ, ਗਿਆਨ ਲੈਣ ਵਾਸਤੇ ਬਾਣੀ ਪੜ੍ਹਨੀ ਹੈ। ਹੁਣ 3 ਅੱਖਰਾਂ ਦਾ ਆਪ ਜੀ ਨੇ ਚੀਜ਼ਾਂ ਯਾਦ ਰੱਖਣੀਆਂ। ਇਹ ਆਰੰਭ ਤੋਂ ਲੈ ਕੇ ਅਖੀਰ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਅਸੂਲ ਲਾਗੂ ਹੋਏਗਾ। ਹੁਣ ਆ ਜਾਓ ਇੱਥੇ ਕਿ ਆਪਾਂ ਜਿੱਥੋਂ ਸ਼ੁਰੂਆਤ ਕੀਤੀ ਹੈ, ਅਕਾਲ ਪੁਰਖ ਦਾ ਸਰੂਪ ਇੱਕ ਉਹ ਧੁਨ ਰੂਪ, ਕੋਈ ਦੇਹ ਨਹੀਂ ਹੈ। ਇਸ ਚੀਜ਼ ਨੂੰ ਚੰਗੀ ਤਰ੍ਹਾਂ ਆਪਾਂ ਨਿਖੇੜ ਆਏ ਹਾਂ ਔਰ ਫਿਰ ਕਹਿ ਦਈਏ ਇਹ ਮੂਲ ਮੰਤਰ ਨਹੀਂ ਹੈ। ਸ਼ਬਦ ਲੈ ਕੇ, ਪ੍ਰਮਾਣ ਲੈ ਕੇ ਆਪਾਂ ਅੱਗੇ ਵਧੇ ਹਾਂ, ਬਾਣੀ ਨੂੰ ਬਾਣੀ ਨਾਲ ਖੋਲ ਕੇ ਆਪਾਂ ਅੱਗੇ ਵਧੇ ਹਾਂ ਔਰ ਅੱਜ ਸਾਡੇ ਸਾਹਮਣੇ ਅੱਖਰ ਹੈ ਜਪ। ਆਪਾਂ ਇਹਦੀਆਂ ਐਗਜ਼ਾਮਪਲਸ ਮੈਂ ਪ੍ਰਮਾਣ ਬੋਲਦਾ ਜਾਊਂਗਾ, ਰਿਕਾਰਡਿੰਗ ਦੇ ਵਿੱਚ ਤੁਕਾਂ ਆਉਂਦੀਆਂ ਜਾਣਗੀਆਂ ਔਰ ਕੁਛ ਸ਼ਬਦ ਮੈਂ ਸਕਰੀਨ ਤੇ ਆਪ ਜੀ ਨੂੰ ਦਿਖਾਵਾਂਗਾ ਔਰ ਇਹ ਬੜੇ ਧਿਆਨ ਦੇ ਨਾਲ ਚੀਜ਼ ਹੁਣ ਸਮਝਣੀ ਹੈ। ਇਸ ਤਰ੍ਹਾਂ ਸਮਝ ਲਓ ਕਿ ਆਪਾਂ ਨੂੰ 1.25 ਸਾਲ ਹੋ ਗਿਆ ਇਹ ਚੀਜ਼ਾਂ ਡਿਸਕਸ਼ਨਸ ਕਰਦੇ ਨੂੰ। ਹੁਣ ਇਸ ਤੋਂ ਅਗਲੀ ਗੱਲ
ਆਪਾਂ ਸ਼ੁਰੂ ਕਰਨੀ ਆ, ਔਰ ਉਹਦੇ 'ਚ ਤੁਹਾਡਾ ਵੀ ਰੋਲ ਜਿਹੜਾ ਹੈ ਉਹ ਪੂਰਾ ਬਣਨਾ ਹੈ। ਸ਼ਬਦ ਹੈ, ਇਸ ਜਪ ਦੇ ਅੱਖਰ ਨੂੰ ਆਪਾਂ ਹੁਣ ਕਿਸ ਤਰ੍ਹਾਂ ਕਹੀਏ ਵੀ ਇਹ ਹੁਕਮ ਹੈ ਔਰ ਇਹ ਹੈਡਿੰਗ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦਾ। ਇੱਕ ਪੌੜੀ ਹੈ, ਪੌੜੀ ਦੀ ਆਪਾਂ ਵਿਚਾਰ ਕਰਾਂਗੇ, ਔਰ ਉਸ ਤੋਂ ਬਾਅਦ ਸਮਾਂ ਹੋਇਆ ਇੱਕ ਸ਼ਬਦ ਦੀ ਵਿਚਾਰ ਕਰਾਂਗੇ। ਫਿਰ ਆਪਾਂ ਜੋ ਗੱਲਾਂ ਕਰਾਂਗੇ ਉਹਦਾ ਪ੍ਰਮਾਣ ਆਪਾਂ ਗੁਰਬਾਣੀ ਚੋਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਕਰੀਨ ਤੇ ਦਰਸ਼ਨ ਕਰਨੇ ਔਰ ਗੱਲ ਬੜੀ ਧਿਆਨ ਦੇ ਨਾਲ ਸੁਣਨੀ ਹੈ, ਕਿਉਂਕਿ ਮਿਹਨਤ, ਸਮਾਂ ਲੱਗ ਰਿਹਾ ਸਾਡੇ ਸਾਰਿਆਂ ਦਾ ਇਕੁਅਲੀ, ਔਰ ਆਪਾਂ ਉਸ ਚੀਜ਼ ਦੀ ਕਦਰ ਕਰਨੀ, ਆਪਾਂ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਇਹ ਪੌੜੀ ਕੀ ਕਹਿੰਦੀ ਹੈ? ਇਹ ਕਹਿੰਦੀ ਹੈ, ਰਾਰਾ ਰੰਗੋ ਯਾ ਮਨ ਆਪਣਾ। ਕਿਸ ਤਰ੍ਹਾਂ ਇਸ ਮਨ ਨੂੰ ਘੜੀਏ, ਕਿਸ ਤਰ੍ਹਾਂ ਇਸ ਮਨ ਨੂੰ ਚੰਗਾ ਬਣਾਈਏ, ਕਿਸ ਤਰ੍ਹਾਂ ਇਸ ਮਨ ਨੂੰ ਰੰਗੀਏ। ਰੰਗਣ ਦਾ ਮਤਲਬ ਇਹ ਨਹੀਂ ਹੈ, ਇਹ ਸਾਡੀ ਗੁਰਮੁਖੀ ਲਿਪੀ ਪੰਜਾਬੀ ਬੋਲੀ ਹੈ। ਰੰਗ ਚੜ੍ਹਨਾ ਜਿਹੜਾ ਲਫ਼ਜ਼ ਆਪਾਂ ਆਮ ਵਰਤੋਂ 'ਚ ਲੈ ਕੇ ਆਉਂਦੇ ਹਾਂ। ਬੱਚੇ ਦਾ ਕਿਸੇ ਦਾ ਸਕੂਲੇ ਰਿਜ਼ਲਟ ਨਿਕਲਿਆ ਹੋਏ ਔਰ ਕਲਾਸ 'ਚੋਂ ਚੰਗੇ ਨੰਬਰ ਲੈ ਕੇ ਉਹ ਪਾਸ ਹੋਇਆ ਹੋਏ, ਉਹਦੇ ਚਿਹਰੇ ਤੇ ਇੱਕ ਰੰਗਤ ਹੁੰਦੀ ਹੈ, ਇੱਕ ਖੁਸ਼ੀ ਹੁੰਦੀ ਹੈ। ਸਾਲ ਦੀ ਮਿਹਨਤ ਕੀਤੀ ਦਾ ਉਹਨੂੰ ਮਾਣ ਹੁੰਦਾ ਹੈ, ਪ੍ਰਾਊਡ ਹੁੰਦਾ ਹੈ ਕਿ ਮੈਂ ਮਿਹਨਤ ਕੀਤੀ ਔਰ ਉਹਦਾ ਫਲ ਮੈਨੂੰ ਅੱਜ ਚੰਗਾ ਮਿਲ ਗਿਆ। ਕਿਸੇ ਹੋਰ ਬੰਦੇ ਨੇ ਕੋਈ ਕੰਮ ਮਿਹਨਤ ਕਰਕੇ, ਕੋਈ ਵੀ ਕੰਮ, ਇਸੇ ਤਰ੍ਹਾਂ ਹੀ ਕਿਸਾਨ ਨੂੰ ਕਣਕ ਬੀਜਦਾ ਹੈ, ਮਿਹਨਤ ਕਰਦਾ ਹੈ, ਇੰਤਜ਼ਾਰ ਕਰਦਾ ਹੈ, ਔਰ ਜਦੋਂ ਫਸਲ ਵੱਢਦਾ ਮੰਡੀ 'ਚ ਲੈ ਕੇ ਜਾਂਦਾ, ਉਹ ਮਾਣ ਮਹਿਸੂਸ ਕਰਦਾ ਵੀ ਇਹ ਦਾਣੇ ਮੈਂ ਉਗਾਏ ਨੇ, ਇੱਥੇ ਮੈਂ ਮਿਹਨਤ ਕੀਤੀ ਹੈ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਇਹ ਮਿਹਨਤ ਮੇਰੇ ਤੋਂ ਅਕਾਲ ਪੁਰਖ ਨੇ ਕਰਵਾਈ ਹੈ, ਔਰ ਉਹ ਇੱਕ ਪੋਜ਼ਿਟਿਵ ਮਾਣ ਮਹਿਸੂਸ ਕਰਦਾ। ਇਹਨੂੰ ਕਹਿੰਦੇ ਆ ਰੰਗ, ਕਿ ਆਪਣੀ ਕੀਤੀ ਹੋਈ ਮਿਹਨਤ ਵੱਲ, ਆਪਣੀ ਕੀਤੀ ਹੋਈ ਮਿਹਨਤ ਦੇ ਨਾਲ ਜੋ ਖੁਸ਼ੀ, ਜੋ ਲਹਿਰ, ਜੋ ਇੱਕ ਮਹਿਸੂਸ ਕਰਦੇ ਆ, ਉਹ ਹੁੰਦਾ ਰੰਗ। ਹੁਣ ਰਾਰਾ ਰੰਗੋ ਯਾ ਮਨ ਆਪਣਾ, ਹੋਰ ਜਰਾ ਡੂੰਘੀ ਗੱਲ ਹੈ ਇੱਥੇ, ਕਿ ਇਸ ਮਨ ਨੂੰ ਸਾਧਣਾ ਸੀ, ਮਿਹਨਤ ਕਰਨੀ ਹੈ, ਮਨ ਦੇ ਨੰਨੇ ਨੂੰ ਔਗੜ ਹੈ। ਇਸ ਮਨ ਨੂੰ ਸਾਧਣਾ ਹੈ, ਜਿਹੜਾ ਮਨ ਕਾਬੂ ਆਉਣਾ ਬਹੁਤ ਔਖਾ ਹੈ, ਜਿਹੜੇ ਮਨ ਨੂੰ ਸਮਝਾਉਣਾ ਬਹੁਤ ਔਖਾ ਹੈ, ਜਿਹੜੇ ਮਨ ਨੂੰ ਕਹਿਣਾ ਮਨਵਾਉਣਾ ਬਹੁਤ ਔਖਾ ਹੈ। ਰਾਰਾ ਰੰਗੋ ਯਾ ਮਨ ਆਪਣਾ। ਹੁਣ ਇਹ ਰੰਗ ਕਿੱਦਾਂ ਚੜ੍ਹੇਗਾ? ਇਹ ਰੰਗ ਕਿੱਦਾਂ ਚੜ੍ਹੇਗਾ? ਇਸ ਦੇ ਪਹਿਲਾਂ ਇੱਕ ਸ਼ਲੋਕ ਹੈ, ਉਹ ਕਹਿੰਦੇ ਜੀ, ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ। ਜਿਸ ਸਿੱਖ ਦੇ, ਜਿਸ ਬੰਦੇ ਦੇ ਜਦੋਂ, ਜਿਸ ਬੰਦੇ ਦਾ ਮਨ ਬਾਕੀ ਮੁਕੰਮਲ ਤੌਰ ਤੇ ਦੁਨਿਆਵੀ ਕੰਮਾਂ ਤੋਂ,
ਅਟੈਚਮੈਂਟਸ ਤੋਂ ਹਟ ਜਾਏ, ਮਿਹਨਤ ਕਰਕੇ। ਦੇਖੋ, ਮਿਹਨਤ ਆਰੰਭ ਹੋਏਗੀ ਕਰਨੀ, ਪਰ ਉਹਦਾ ਰਿਜ਼ਲਟ ਇੱਕਦਮ ਨਹੀਂ ਮਿਲੇਗਾ, ਕਿਉਂਕਿ ਟੂਟੇ ਬੰਧਨ ਜਾਸ ਕੇ ਉਸ ਨਾਮ ਦੀ ਤਾਕਤ ਦੇ ਨਾਲ, ਨਾਮ ਦੀ ਬਰਕਤ ਦੇ ਨਾਲ, ਨਾਮ ਦੀ ਬਖਸ਼ਿਸ਼ ਦੇ ਨਾਲ ਸਾਡੇ ਮਾਇਆ ਦੇ ਬੰਧਨ ਪਹਿਲਾਂ ਟੁੱਟਣੇ ਆ ਤੇ ਸਾਡੇ ਅੰਦਰ ਗੁਰੂ ਦੀ ਸੰਗਤ ਪ੍ਰਾਪਤ ਹੋਣੀ। ਹੁਣ ਇਹ ਗੁਰੂ ਦੀ ਸੰਗਤ ਕੀ ਹੈ, ਇਹ ਗੱਲ ਬਿਲਕੁਲ ਕਲੀਅਰ ਕਰ ਲਓ। ਬਿਲਕੁਲ, ਮੈਂ ਤਕਰੀਬਨ ਹੁਣ ਜਿਹੜੀਆਂ ਗੱਲਾਂ ਕਰਾਂਗਾ ਉਹ ਪੂਰੇ ਗੁਰੂ ਗ੍ਰੰਥ ਸਾਹਿਬ ਚ, ਪੂਰੀ ਬਾਣੀ ਚੋਂ ਚੀਜ਼ਾਂ ਐਜ਼ ਇਟ ਇਜ਼ ਲਾਗੂ ਹੋਣਗੀਆਂ। ਸਾਧੂ ਸੰਗ ਕੀ ਹੈ, ਸੰਗਤ ਕੀ ਹੈ, ਗੁਰੂ ਦੀ ਸੰਗਤ ਕੀ ਹੈ? ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੁਲ, ਹਰ ਨਾਮ ਪਰਵਾਰਾ। ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਕਿ ਡਿਟੈਚਮੈਂਟ ਦੀ ਗੱਲ ਕੀਤੀ ਹੈ। ਹੁਣ ਨਾਮ ਹੀ ਕੁਲ ਹੈ, ਨਾਮ ਹੀ ਪਰਿਵਾਰ ਹੈ। ਨਾਮ ਦੇ ਨਾਲ ਹੀ ਹੁਣ ਸਲਾਹ ਮਸ਼ਵਰਾ ਹੈ, ਔਰ ਉਹ ਨਾਮ ਹੀ ਸਾਡੀ ਸਾਰ ਲੈਂਦਾ ਹੈ, ਨਾਮ ਹੀ ਸਾਡੀ ਪ੍ਰਤਪਾਲਣਾ ਕਰਦਾ ਹੈ। ਹਰ ਨਾਵੇਂ ਨਾਲ ਗੱਲਾਂ, ਹਰ ਨਾਵੇਂ ਨਾਲ ਮਸਲਕ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ, ਹਰ ਨਾਮ ਹਮਾਰੀ ਸੰਗਤੇ ਅਤ ਪਿਆਰੀ, ਹਰ ਨਾਮ ਕੁਲ, ਹਰ ਨਾਮ ਪਰਵਾਰਾ। ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ, ਹਰ ਹਾਲਤ ਪਲਤ ਸਦਾ ਕਰੇ ਨਿਸਤਾਰਾ। ਇਹ ਪਹਿਲੇ ਦਿਨ ਤੋਂ ਅਸੀਂ ਬੋਲਦੇ ਆ ਰਹੇ, ਗੁਰਮੁਖ ਸਿਸਟਮ ਦੀ ਗੱਲ ਕਰਦੇ ਆ ਰਹੇ ਹਾਂ, ਔਰ ਹੁਣ ਉਹ ਚੀਜ਼ਾਂ ਕਲੀਅਰ ਹੋਣੀਆਂ ਨੇ ਜਦੋਂ ਆਪਾਂ ਵਿਚਾਰ ਆਰੰਭ ਤੋਂ ਸ਼ੁਰੂ ਕੀਤੀ ਆ। ਗੁਰਮੁਖ ਸਿਸਟਮ ਕੀ ਹੈ? ਸੀਰੀਅਲ ਵਾਈਜ਼, ਇਹਨੂੰ ਨੰਬਰਵਾਰ ਹੀ ਚੱਲੇਗਾ ਇਹ ਪ੍ਰਬੰਧ। ਇੱਕ ਰੱਬ ਨੂੰ ਮੰਨਣਾ, ਇੱਕ ਰੱਬ ਦੇ ਵਿੱਚ ਭਰੋਸਾ, ਇੱਕ ਰੱਬ ਦੇ ਨਾਲ ਕਮਿਟਮੈਂਟ, ਜਿਹਨੂੰ ਦੀਖਿਆ ਵੀ ਕਿਹਾ ਬਾਣੀ ਚ, ਔਰ ਇੱਕ ਰੱਬ ਦੇ ਨਾਮ ਦਾ ਜਾਪ, ਜਪ, ਜੱਜਾ ਪੱਪਾ ਪੱਪੇ ਨੂੰ ਔਂਕੜ। ਇਹ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਚ ਇਸੇ ਤਰ੍ਹਾਂ ਹਰ ਸ਼ਬਦ ਦੇ ਵਿੱਚ, ਬ੍ਰਹਮ ਗਿਆਨ ਦੇ ਵਿੱਚ ਲਾਗੂ ਹੋਏਗਾ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਮਿਹਨਤ ਕਰ ਕਰਕੇ, ਕਰ ਕਰਕੇ, ਕਰ ਕਰਕੇ ਅੰਦਰੋਂ ਜਦੋਂ ਚੜ੍ਹਾਈ ਹੋਣੀ ਹੈ, ਬੰਧਨ ਟੁੱਟਣ ਤੋਂ ਬਾਅਦ, ਮਾਇਆ ਖਤਮ ਹੋਣ ਤੋਂ ਬਾਅਦ ਸਾਧੂ ਦਾ ਸੰਗ ਹੋਣਾ। ਸਾਧੂ ਦਾ ਸੰਗ ਕੋਈ ਸੌਖੀ ਖੇਡ ਨਹੀਂ ਹੈ, ਕੋਈ ਐਵੇਂ ਆਮ ਖੇਡ ਨਹੀਂ ਹੈ। ਇਸ ਮਨ ਦੀ ਸਫਾਈ ਕਰਨੀ ਪੈਣੀ ਹੈ, ਜਿੱਥੇ ਆ ਕੇ ਸਾਧੂ ਨੇ ਬੈਠਣਾ, ਸਾਧੂ ਨੇ ਜਿੱਥੇ ਆ ਕੇ ਆਸਨ ਲਾਉਣਾ, ਉਹਨੂੰ ਪਹਿਲਾਂ ਸਾਫ਼ ਕਰਨਾ ਪਊਗਾ। ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ। ਔਰ ਫਿਰ ਜਿਨ੍ਹਾਂ ਨੇ ਉਹ ਸੰਗਤ ਸੰਭਾਲ ਕੇ ਰੱਖੀ ਹੈ, ਉਹ ਸੰਗਤ ਦਾ ਸਤਿਕਾਰ ਕੀਤਾ ਹੈ, ਉਹ ਸੰਗਤ ਨਾਲ, ਉਹ ਸੰਗਤ ਤੇ ਭਰੋਸਾ ਕੀਤਾ ਹੈ, ਉਹ ਸੰਗਤ ਨੂੰ ਉਸ ਸੰਗਤ ਨੂੰ ਮਾਣਿਆ, ਉਸ ਪਿਆਰ ਦੇ ਵਿੱਚ ਜਦੋਂ ਫਿਰ ਕਮਾਈ ਆਰੰਭ ਹੁੰਦੀ ਹੈ, ਇੱਕ ਇੱਕ ਵੱਖਰਾ ਸਫ਼ਰ, ਜਿਹੜਾ ਪਹਿਲਾ ਨਾਮ ਜਪਿਆ ਸੀ ਮਨ ਦੀ ਸਾਧਨਾ ਵਾਸਤੇ, ਮਨ ਨੂੰ ਸਾਫ਼ ਕਰਨ ਵਾਸਤੇ, ਜਿਉਂ-ਜਿਉਂ ਇਹ ਸਾਡੀਆਂ ਅਟੈਚਮੈਂਟਸ, ਲੋਭ, ਕਾਮ, ਕ੍ਰੋਧ ਖਤਮ ਹੁੰਦਾ ਗਿਆ, ਤਿਉਂ-ਤਿਉਂ ਸਾਡਾ ਮਨ ਜਿਹੜਾ ਉਹ ਸਧਣਾ ਸ਼ੁਰੂ ਹੋ ਗਿਆ। ਔਰ ਜਦੋਂ ਮਨ ਸਧ ਗਿਆ, ਸਾਧੂ ਨੇ ਆ ਕੇ ਉਲਾਂਘ ਪੁੱਟ ਕੇ ਸਾਡੇ ਅੰਦਰ
ਪ੍ਰਗਟ ਹੋ ਗਿਆ, ਸਾਡੇ ਅੰਦਰ ਸ਼ਾਮਲ ਹੋ ਗਿਆ, ਸਾਡੇ ਵਿੱਚ ਸ਼ਾਮਲ ਹੋ ਗਿਆ। ਨਾਨਕ ਗੂੜਾ ਰੰਗ, ਪਰ ਇਹ ਐਸਾ ਰੰਗ ਗੂੜਾ ਹੁੰਦਾ ਹੈ ਫਿਰ ਜਿਹੜੀ ਉਸ ਵੇਲੇ ਫਿਰ ਨਾਮ ਦੀ ਸ਼ਬਦ ਦੀ ਕਮਾਈ ਦੀ ਬਰਕਤ ਹੋਣੀ ਹੈ, ਉਹ ਫਿਰ ਕਦੇ ਰੰਗ ਉਤਰਦਾ ਨਹੀਂ। ਮਜੀਠ ਦੇ ਰੰਗ ਦੇ ਬਾਅਦ ਉਹ ਰੰਗ ਕਦੇ ਉਤਰੇਗਾ ਨਹੀਂ। ਇਸ ਥੋੜਾ ਜਿਹਾ ਵਿਸ਼ਾ ਸਾਡੇ ਵਿਸ਼ੇ ਨਾਲੋਂ ਹਟ ਕੇ ਹੈ। ਅਸੀਂ ਅੱਗੇ ਪੌੜੀ ਵਾਲੇ ਪਾਸੇ ਆਉਣੇ ਆ, ਤਾਂ ਜੋ ਸਾਡਾ ਜਿਹੜਾ ਲਫ਼ਜ਼ ਹੈ ਜਪ, ਉਹ ਸਾਨੂੰ ਕਲੀਅਰ ਹੋਏ। ਜਿਹੜਾ ਸਾਡਾ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ, ਰਾਰਾ ਰੰਗੋ ਇਆ ਮਨ ਆਪਣਾ। ਹੁਣ ਸਾਨੂੰ ਪਤਾ ਲੱਗ ਗਿਆ ਕਿ ਰੰਗਣਾ ਕਿੱਦਾਂ ਹੈ। ਰੰਗ ਉਹ ਇੱਥੇ ਲਿਖਿਆ, ਹਾਹੇ ਨੂੰ ਔਂਕੜ ਪਾਇਆ ਕਿ ਰੰਗਣ ਵਾਲੇ ਪਾਸੇ ਨੂੰ ਲੱਗ, ਨਾ ਮਨ ਨੂੰ ਰੰਗਣ ਵਾਲੇ ਪਾਸੇ ਨੂੰ ਲੱਗ। ਕਿਸ ਤਰ੍ਹਾਂ? ਹਰ ਹਰ ਨਾਮ ਜਪੋ ਜਪ ਰਸਨਾ, ਜੱਜਾ ਪੱਪਾ ਪੱਪੇ ਨੂੰ ਔਂਕੜ। ਹੁਣ ਇੱਕ ਅੱਖਰ ਇੱਥੇ 2 ਵਾਰ ਰਿਪੀਟ ਹੋ ਰਿਹਾ, ਹਰ ਹਰ। ਇਹ ਫਾਰਮੂਲਾ ਵੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਲੱਗਣਾ ਕਿ ਜਿੱਥੇ ਰੱਬ ਦਾ, ਅਕਾਲ ਪੁਰਖ ਦਾ ਕੀਰਤਨ ਨਾਮ 2 ਵਾਰ ਜਾਂ 2 ਤੋਂ ਵੱਧ ਵਾਰ, 4 ਵਾਰ ਵੀ ਆਇਆ, 6 ਵਾਰ ਵੀ ਆਇਆ, ਜਿੱਥੇ ਰਿਪੀਟ ਹੋ ਰਿਹਾ, ਉੱਥੇ ਨਿਰੋਲ ਨਾਮ ਜਪਣ ਵੱਲ ਇਸ਼ਾਰਾ ਹੈ। ਔਰ ਨਾਮ ਇਹ ਨਹੀਂ ਕਿ ਮਨ ਨਾਲ ਜਪਣਾ। ਇਹ ਕਈ ਬੜੇ ਬੜਾ ਦੱਸਦੇ ਆ ਵੀ ਤੁਸੀਂ ਚੁੱਪ ਕਰਕੇ ਵੀ ਨਾਮ ਜਪ ਸਕਦੇ ਆ। ਚੁੱਪ ਕਰਕੇ, ਉਹ ਜੇ ਚੁੱਪ ਕਰਕੇ ਹੀ ਮਿਲਣਾ ਹੁੰਦਾ ਤੇ ਆ ਮਿਰਗ ਜੰਗਲਾਂ ਦੇ ਵਿੱਚ ਸਾਰੀ ਜ਼ਿੰਦਗੀ ਚੁੱਪ ਕਰਕੇ ਹੀ ਲੰਘਾ ਦਿੰਦੇ, ਉਹਨਾਂ ਨੂੰ ਨਹੀਂ ਲੱਭ ਸਕਦਾ ਸੀ। ਜਪ ਹੋ, ਜਪਣ ਵਾਲੇ ਪਾਸੇ ਲੱਗੋ, ਜਪ ਪੱਪੇ ਨੂੰ ਔਂਕੜ, ਹੁਕਮ ਆ ਗਿਆ ਰਸਨਾ ਦੇ ਨਾਲ। ਰੰਗ ਤਾਂ ਚੜੇਗਾ। ਹਰ ਹਰ ਨਾਮ ਜਪੋ ਜਪ ਰਸਨਾ। ਓਕੇ। ਔਰ ਫਿਰ ਇਹਦੀ ਬਰਕਤ ਕਿੰਨੀ ਹੈ, ਇਹਦੀ ਤਾਕਤ ਕਿੰਨੀ ਹੈ। ਅੱਗੇ ਚਲੀਏ। ਰੇ ਰੇ ਦਰਗਾਹ ਕਹੈ ਨਾ ਕੋ। ਹੁਣ ਇਹ ਰੇ ਰੇ 2 ਵਾਰ ਕਿਉਂ ਲਿਖਿਆ? ਰੇ ਰੇ 2 ਵਾਰ ਆਉਣ ਦਾ ਕੀ ਮਤਲਬ ਹੈ? ਇਹ ਹੁੰਦੀ ਹੈ ਦੁਰਕਾਰ, ਇਹ ਹੁੰਦਾ ਦਬਕਾ। ਜਿੱਦਾਂ ਆਪਣੇ ਤੋਂ ਕੋਈ ਕਮਜ਼ੋਰ ਵਿਅਕਤੀ ਹੋਏ ਤੇ ਆਪਾਂ ਉਹਨੂੰ ਕਹਿੰਦੇ ਆ, ਓਏ ਚੱਲ ਪਿੱਛੇ ਜਾ ਕੇ ਬੈਠ। ਬੜੇ ਰੋਹਬ ਨਾਲ ਆਪਾਂ ਕਹਿੰਦੇ ਆ, ਓਏ ਚੱਲ ਪਿੱਛੇ ਜਾ ਕੇ ਬੈਠ, ਓਏ ਚੱਲ ਆ ਸਾਡਾ ਕੰਮ ਕਰ। ਐਸੇ ਦਬਕੇ, ਐਸੇ ਅਨਾਦਰੀ ਦੇ ਲਫ਼ਜ਼ ਸਾਨੂੰ ਕੋਈ ਕਹਿ ਨਹੀਂ ਸਕੇਗਾ, ਕਿਉਂਕਿ ਅਸੀਂ ਮਿਹਨਤ ਕਰਕੇ ਇੱਥੋਂ ਗਏ ਹੋਵਾਂਗੇ। ਇਹ ਕਈ ਵਾਰੀ ਲਫ਼ਜ਼ ਇਦਾਂ ਦੇ ਯੂਜ਼ ਕਰਦੇ ਆ ਕਿ ਇੱਥੋਂ ਜਾਣਾ, ਕਿੱਥੇ ਜਾਣਾ, ਇਹ 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 ਸਿਰਫ ਭਾਵਨਾ ਨੂੰ ਸਮਝਣਾ। ਜਾਣਾ ਆਉਣਾ ਕਿਤੇ ਨਹੀਂ ਹੈ, ਇਹ ਸਿਰਫ ਭਾਵਨਾ ਨੂੰ ਸਮਝਣਾ ਹੈ। ਇਹਨੂੰ ਮੈਂ ਥੋੜੇ ਚਿਰ ਤੱਕ ਬਿਲਕੁਲ ਕਲੀਅਰ ਕਰਾਂਗਾ ਆਪ ਜੀ ਦੇ ਸਾਹਮਣੇ। ਅੱਛਾ, ਰਾਰਾ ਰੰਗ ਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਨਾਮ ਜਪਣ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਰਸਨਾ ਦੇ ਨਾਲ ਨਾਮ ਜਪਣ ਤੋਂ ਬਿਨਾਂ ਗੁਜ਼ਾਰਾ ਨਹੀਂ, ਕਬੂਲ ਹੀ ਨਹੀਂ। ਜੇ ਕਹਿੰਦੇ ਚੁੱਪ ਕਰਕੇ ਅਸੀਂ ਮਨ ਦੇ ਨਾਲ ਸਾਧਨਾ ਕਰਾਂਗੇ ਤੇ ਉਹ ਸਾਧਨਾ ਪੋਸੀਬਲ ਨਹੀਂ ਹੈ, ਹੋ ਨਹੀਂ ਸਕਦੀ, ਕਿਉਂਕਿ ਬਾਣੀ ਨੇ ਨਹੀਂ ਮੰਨੀ। ਰਸਨਾ ਦੇ ਨਾਲ ਨਾਮ ਦਾ ਅਭਿਆਸ ਕਰਨਾ ਪੈਣਾ ਹੈ। ਹੁਣ ਆਪਣੇ ਮਨ ਨੂੰ, ਆਪਣੀ ਸੁਰਤ ਨੂੰ, ਆਪਣੀ ਸੋਚ ਨੂੰ ਨਾਮ ਦੇ ਨਾਲ ਰੰਗਣਾ। ਇਹ ਸੋਚ ਹੀ ਹੈ ਜਿਹੜੀ ਜਾਂਦੀ ਆਉਂਦੀ ਹੈ ਅੱਗੇ ਪਿੱਛੇ, ਇੱਧਰ ਉੱਧਰ ਵਿਚਰਦੀ ਹੈ। ਮਨ ਜਿਹੜਾ ਵਿਚਾਰਾਂ 'ਚ ਹੀ ਭਟਕਦਾ, ਔਰ ਐਸਾ ਭਟਕਦਾ, ਇੱਥੇ ਤੁਸੀਂ ਹੁਣ ਸੋਚ ਲਓ ਆਪਣੇ ਪਿੰਡ ਬਾਰੇ, ਪੰਜਾਬ ਬਾਰੇ, ਆਪਣੇ ਸ਼ਹਿਰ ਬਾਰੇ। ਤੁਹਾਡਾ ਮਨ ਐਗਜ਼ੈਕਟਲੀ ਤੁਹਾਨੂੰ ਉੱਥੇ ਲੈ ਜਾਊ, ਔਰ ਤੁਹਾਡਾ ਜਿਹੜਾ ਮਨ ਦੇ ਵਿੱਚ ਚਿੱਤ ਬੈਠਾ, ਉਹ ਚਿੱਤ ਤੁਹਾਡੇ ਸਾਹਮਣੇ, ਤੁਹਾਡੀ ਮਨ ਦੀ ਸਕਰੀਨ ਦੇ ਉੱਤੇ ਉਹ ਚੀਜ਼ਾਂ ਸਾਰੀਆਂ ਐਜ਼ ਇਟ ਇਜ਼
ਡਿਸਪਲੇ ਵੀ ਕਰ ਦੂ ਵੀ ਇੱਥੇ ਬੱਸ ਅੱਡਾ, ਇੱਥੇ ਹਲਵਾਈ ਦੀ ਦੁਕਾਨ ਆ, ਇੱਥੇ ਮੇਰਾ ਘਰ ਹੈ, ਇੱਥੇ ਆਹ ਸੋਹਣੇ ਦਰਖਤ ਲੱਗੇ ਆ, ਇੱਥੇ ਮੈਂ ਸਕੂਲੇ ਪੜ੍ਹਦਾ ਸੀ, ਸਾਰੀ ਪਿਕਚਰ ਤੁਹਾਡੇ ਅੱਗੇ ਆ ਜਾਏਗੀ। ਇੰਨਾ ਪਾਵਰਫੁਲ ਮਨ। ਹਰ ਹਰ ਨਾਮ ਜਪੋ ਜਪ ਰਸਨਾ। ਹੁਣ ਰਸਨਾ ਦੇ ਨਾਲ ਨਾਮ ਜਪ ਕੇ ਮਿਹਨਤ ਕਰਨੀ ਪੈਣੀ ਹੈ। ਇਹੀ ਤਰੀਕਾ ਹੈ, ਇਹੀ ਇੱਕੋ ਇੱਕ ਤਰੀਕਾ ਹੈ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਇਸ ਫਾਰਮੂਲੇ ਤੋਂ ਬਾਹਰ ਕਿਤੇ ਨਹੀਂ ਗਏ ਭਗਤ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਮੈਂ ਫਿਰ ਇੱਕ ਵਾਰ ਰਿਪੀਟ ਕਰਾਂ, ਆਪਣੇ ਮਨ ਨੂੰ, ਆਪਣੀ ਸੁਰਤ ਨੂੰ, ਆਪਣੀ ਸੋਚ ਨੂੰ ਨਾਮ ਦੇ ਰੰਗ ਵਿੱਚ ਰੰਗੀਏ। ਕਿਵੇਂ? ਰਾਰਾ ਰੰਗੂ ਹੈ ਮਨ ਆਪਣਾ ਕਿਵੇਂ? ਰੈਪੀਟੇਸ਼ਨ ਆਫ ਨਾਮ। ਇਸੇ ਕਰਕੇ ਹਰ ਹਰ 2 ਵਾਰ ਆਇਆ ਇੱਥੇ। ਹਰ ਹਰ ਨਾਮ ਜਪੋ ਜਪ ਰਸਨਾ। ਰਸਨਾ ਦੇ ਨਾਲ ਜਿਹੜਾ ਗੁਰਮੰਤਰ ਦੀਖਿਆ ਦੇ ਵਿੱਚ ਮਿਲਿਆ ਹੈ, ਉਹਨੂੰ ਬੋਲ ਬੋਲ ਕੇ ਜਪਣਾ। ਅੱਛਾ, ਹੁਣ ਅੱਗੇ ਚੱਲੀਏ। ਜੇ ਅਸੀਂ ਇਹ ਕੰਮ ਕਰ ਗਏ ਤਾਂ ਦਰਗਾਹ ਦੇ ਵਿੱਚ ਸਾਨੂੰ ਕੋਈ ਅਨਾਦਰੀ ਦੇ ਲਫ਼ਜ਼ ਨਹੀਂ ਬੋਲੇਗਾ, ਅਸੀਂ ਬੇਇੱਜ਼ਤ ਨਹੀਂ ਹੋਵਾਂਗੇ। ਬੜਾ ਜ਼ਿਕਰ ਇਹਦਾ ਆਇਆ, ਥਾਉ ਨਾ ਆਈ ਪਹੁੰਦੀ, ਗਲ ਸੰਗਲ ਘੱਤ ਚਲਾਇਆ। ਇਹ ਬੜੇ ਜ਼ਿਕਰ ਆਉਣਗੇ। ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬੇਖਮ ਘਨਾ। ਪੂਰਾ ਬ੍ਰਿਗੇਡ ਦਾ ਬ੍ਰਿਗੇਡ ਹੀ ਪੈਂਦਾ, ਔਰ ਉਹ ਹਾਲਤ ਹੁੰਦੀ ਹੈ। ਇਹਦੇ ਬਾਰੇ ਜ਼ਿਕਰ ਕਰਾਂਗੇ। ਇਹ ਲੋਕ ਇਸ ਚੀਜ਼ਾਂ ਨੂੰ ਭਰੋਸਾ ਨਹੀਂ ਹੈ ਲੋਕਾਂ ਦਾ। ਔਰ ਮੈਂ ਕੱਲ ਵੀ ਮੈਂ ਇੱਥੇ ਐਜ ਕੈਲੀਫੋਰਨੀਆ ਆਇਆ, ਇੱਥੇ ਪ੍ਰੋਗਰਾਮ ਸੀ ਕੋਈ, ਤੇ ਮੈਂ ਅੱਜ ਉੱਥੋਂ ਇਹ ਸਾਰੀ ਵਿਚਾਰ ਕਰ ਰਿਹਾ ਫ੍ਰਿਜ਼ਨੋ। ਕੱਲ ਵੀ ਸਾਡੀਆਂ ਵਿਚਾਰਾਂ ਹੋਈਆਂ ਇਸ ਬਾਬਤ। ਆਪਾਂ ਗੱਲ ਕਰਾਂਗੇ ਕਿਸੇ ਦਿਨ ਬੈਠਕ ਦੇ ਵਿੱਚ ਕਿ ਇਹ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ, ਔਰ ਘੱਟੋ ਘੱਟ ਮੇਰੇ ਨਾਲ ਜਿਹੜੀ ਕੱਲ ਗੱਲਾਂ ਹੋਈਆਂ 5 7 10 ਗੁਰਮੁਖ ਪਿਆਰੇ ਸੀ, ਔਰ ਅਸੀਂ ਵਿਚਾਰਾਂ ਕਰ ਰਹੇ ਸੀ ਕਿ ਆਹ ਜਿਹੜਾ ਟਾਈਮ ਆਇਆ, COVID-19 ਦੀ ਸਿਚੁਏਸ਼ਨ ਜਿਹੜੀ ਆਈ ਹੈ, ਇਹਦੇ ਵਿੱਚ ਸਭ ਤੋਂ ਵੱਧ ਡਰ ਜਿਹੜਾ ਹੈ ਉਹ ਧਾਰਮਿਕ ਬੰਦਿਆਂ ਦਾ, ਜਿਹੜੇ ਆਪਣੇ ਆਪ ਨੂੰ ਬਹੁਤ ਧਾਰਮਿਕ ਕਹਿੰਦੇ ਆ। ਸਭ ਤੋਂ ਵੱਧ ਡਰ ਉਹਨਾਂ ਨੂੰ ਇਸ ਚੀਜ਼ ਦਾ ਪਿਆ। ਪਤਾ ਕਿਉਂ? ਕਿਉਂਕਿ ਉਹ ਧਾਰਮਿਕ ਬਣੇ ਐ ਸਰੂਪ ਕਰਕੇ। ਉਹ ਧਾਰਮਿਕ ਇਸ ਕਰਕੇ ਨਹੀਂ ਬਣੇ ਕਿ ਉਹਨਾਂ ਦਾ ਅਕਾਲ ਪੁਰਖ ਦੇ ਵਿੱਚ, ਪਰਮਾਤਮਾ ਦੇ ਵਿੱਚ ਪੂਰਨ ਪ੍ਰਤੀਤ ਭਰੋਸਾ ਹੈ ਨਾ। ਸਭ ਤੋਂ ਵੱਧ ਇਸ ਬਿਮਾਰੀ ਦਾ ਡਰ ਧਾਰਮਿਕ ਲੋਕਾਂ ਦੇ ਵਿੱਚ ਹੈ। ਤਾਂਹੀਓ ਠੀਕ ਹੈ, ਇਹਨਾਂ ਕੰਟਰੀਜ਼ ਦੇ ਵਿੱਚ ਅਸੂਲ ਨੇ, ਔਰ ਅਸੀਂ ਉਹ ਅਸੂਲ ਫਾਲੋ ਕਰਨੇ ਹੈ। ਧਾਰਮਿਕ ਸਥਾਨ ਬੰਦ ਕੀਤੇ ਗਏ, ਰੀਜ਼ਨ ਸੀ ਉਹਦਾ, ਦੈਟ ਇਜ਼ ਓਕੇ, ਠੀਕ ਹੈ। ਆਪਾਂ ਗੈਦਰਿੰਗ ਨਹੀਂ ਕਰਨੀ, ਸੋਹਣੀ ਗੱਲ ਹੈ। ਆਪਾਂ ਜੋ ਲੋਕਲ ਗਵਰਨਮੈਂਟਸ ਦੀਆਂ ਹੋਣਗੀਆਂ, ਹੁਕਮ ਹੋਣਗੇ, ਅਸੀਂ ਉਹਨਾਂ ਦੀ ਪਾਲਣਾ ਕਰਨੀ। ਇਸ ਦੇ ਬਾਵਜੂਦ ਅੱਜ ਤੱਕ ਜਿੱਥੇ ਸਾਰਾ ਕੁਝ ਖੁੱਲ ਵੀ ਗਿਆ, ਰਾਤੀ ਰਹਿਣ ਸਵਾਈ ਕੀਤੀ ਹੈ, ਰਾਤੀ ਇੱਥੇ ਇਕੱਠ ਹੋਣਾ ਸੈਂਕੜਿਆਂ ਦੇ ਵਿੱਚ, ਆਏ ਨੇ ਲੋਕ ਜਿਨ੍ਹਾਂ ਦਾ ਭਰੋਸਾ ਹੈ, ਜਿਨ੍ਹਾਂ ਦੀ ਪ੍ਰਤੀਤ ਹੈ। ਕਈਆਂ ਨੇ ਕਹਿਤਾ ਜੀ ਉਹ ਸਾਡੇ ਘਰ ਨਹੀਂ ਆਉਣਾ, ਕੋਵਿਡ ਹੈ ਜੀ, ਅਸੀਂ ਇਹ ਅਸੂਲ ਬਣਾ ਰੱਖਿਆ ਵੀ ਸਾਡੇ ਘਰ ਕੋਈ ਨਾ ਆਏ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹੋ ਹੀ ਹੈ ਕਿ ਸਾਡਾ ਭਰੋਸਾ ਅਕਾਲ ਪੁਰਖ ਦੇ ਵਿੱਚ ਨਹੀਂ ਹੈ, ਸਾਡੀ ਪ੍ਰਤੀਤ ਅਕਾਲ ਪੁਰਖ ਦੇ ਵਿੱਚ ਨਹੀਂ ਹੈ। ਕੋਈ ਵੀ ਬੁਰਾ ਨਾ ਮੰਨੇ ਇਸ ਗੱਲ ਦਾ, ਕੋਈ ਨਾ ਬੁਰਾ ਮੰਨੇ। ਮੈਂ ਉਹ ਗੱਲਾਂ ਕੱਢ ਕੇ ਲੈ ਕੇ ਆਉਣੀਆਂ ਨੇ ਗੁਰਬਾਣੀ ਚੋਂ, ਜਿਹੜੀਆਂ ਸਾਨੂੰ
ਦੱਸਣਗੀਆਂ, ਜੋ ਗਿਆਨ ਸਾਨੂੰ ਦੱਸੇਗਾ ਬਈ ਸਾਡੀ ਕਮੀ ਕਿੱਥੇ ਰਹੀ ਹੈ, ਕਿੱਥੇ ਅਸੀਂ ਭੁਲੇਖਾ ਖਾਧਾ ਹੈ, ਕਿਹੜੀ ਸਮਝ ਸੀ, ਕਿਹੜੀ ਸੂਝ-ਬੂਝ ਸੀ ਜਿਹੜੀ ਅਸੀਂ ਲੈਣ ਤੋਂ ਅਵੇਸਲੇ ਰਹਿ ਗਏ। ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਇੱਥੇ ਮੰਮੇ ਨੂੰ ਔਂਕੜ ਆਏਗਾ, ਦੱਸਦੀ ਹੈ ਤੋ ਦੁੱਖ ਨਾਹੀਂ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੇ, ਏਕੈ ਏਕੀ ਓਨਲੀ ਵਨ ਐਂਡ ਵਨ। ਅਕਾਲ ਪੁਰਖ ਦੇ ਵਿੱਚ, ਪਰਮਾਤਮਾ ਦੇ ਵਿੱਚ ਭਰੋਸਾ, ਇੱਕ ਪਰਮਾਤਮਾ ਨੂੰ ਮੰਨਣਾ, ਇੱਕ ਪਰਮਾਤਮਾ ਦੇ ਨਾਲ ਕਮਿਟਮੈਂਟ ਔਰ ਇੱਕ ਪਰਮਾਤਮਾ ਦੇ ਨਾਮ ਦਾ ਜਾਪ ਰਸਨਾ ਦੇ ਨਾਲ। ਜੇਕਰ ਇਹ ਨਹੀਂ ਹੈ ਤੇ ਇਹੋ ਜਿਹੇ ਡਰ ਹੋਣ। ਇਹ ਗਾਂ ਦੀ ਗਾਂ ਆਪਾਂ ਹੋਰ ਗੱਲਾਂ ਕਰਾਂਗੇ। ਆਪਾਂ ਅੱਜ ਸਿਰਫ ਜਪ ਅੱਖਰ ਦੀ ਵਿਚਾਰ ਕਰ ਰਹੇ ਹਾਂ। ਅੱਛਾ, ਰੇ ਰੇ ਦਰਗਾ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਓਹੋ, ਕਹਿੰਦੇ ਸੀ ਆਓ ਬੈਠੋ, ਜਮਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਐਡਾ ਉਹ ਜਿਹੜਾ ਬ੍ਰਿਗੇਡ ਜਮਾਂ ਦਾ ਹੱਥ ਬੰਨ ਕੇ ਤੁਹਾਡੇ ਸਾਹਮਣੇ ਖਲੋਤੇ ਹੋਣੇ ਆ। ਸੇਵਕ ਨਿਤ ਹੋਈ, ਇਹ ਗੱਲਾਂ ਕਿਤੇ ਐਵੇਂ ਲਿਖੀਆਂ? ਇਹ ਸਾਰਾ ਕੁਝ ਦੇਖਿਆ, ਪ੍ਰੈਕਟੀਕਲ ਐਕਸਪੀਰੀਅੰਸ ਹੋਇਆ, ਤਾਂ ਹੀ ਗੱਲਾਂ ਆਈਆਂ ਨੇ। ਆਦਰ ਮਿਲਿਆ ਵੀ ਇਹ ਕੈਸੀ ਰੂਹ ਹੈ, ਨਾਮ ਜਪ ਕੇ ਆਈ ਹੈ, ਮਨ ਨੂੰ ਨਾਮ ਦੇ ਵਿੱਚ ਰੰਗਿਆ ਹੋਇਆ। ਅੱਛਾ, ਆਦਰ, ਆਦਰ ਦੀ ਗਾਂ ਹੁਣ ਡੈਫੀਨੇਸ਼ਨ ਦੇਖੋ ਵੀ ਆਦਰ, ਸਤਿਕਾਰ, ਪਿਆਰ ਕਿਸ ਤਰ੍ਹਾਂ ਦਾ। ਆਓ ਬੈਠ ਆਦਰ ਸੁਭ ਦੇਉ, ओआ महली पावਹਿ ਤੂੰ ਬਾਸਾ। ਉਸ ਮਹੱਲ ਦੇ ਵਿੱਚ ਪਰਮਾਨੈਂਟ, ਪੂਰਨ ਤੌਰ ਤੇ, ਪੱਕੇ ਤੌਰ ਤੇ ਵਾਸਾ ਮਿਲ ਜਾਂਦਾ, ਟਿਕਾਣਾ ਮਿਲ ਜਾਂਦਾ। ਇਹ ਜਿਹੜੀ ਆਖਰੀ ਅਵਸਥਾ ਆਏਗੀ ਕਰਮਖੰਡ ਦੀ, ਆਨੰਦ ਦੀ, ਦਸਮ ਦੁਆਰ ਦੀ, ਅਸੀਂ ਇਹ ਗੱਲਾਂ ਗਾਂ ਜਾ ਕੇ ਜਿੱਥੇ ਇਹ ਅੱਖਰ ਬਾਣੀ ਚਾਹਣਗੇ ਆਪਾਂ ਉੱਥੇ ਕਰਾਂਗੇ। ਹਲੇ ਇਹ ਮਹਿਲੀ ਨੂੰ ਅਕਾਲ ਪੁਰਖ ਦਾ ਮਹੱਲ ਸਮਝ ਲਓ ਕਿ ਜਿੱਥੇ ਪੂਰਨ ਤੌਰ ਤੇ ਜਨਮ ਮਰਨ ਤੋਂ ਮੁਕਤ, ਅਜੂਨੀ ਸਭ ਉਹ ਗੁਣ ਜਿਹੜੇ ਆਪਾਂ ਡਿਸਕਸ ਕਰਕੇ ਆਏ ਆ ਉੱਤੇ ਇੱਕ ਓ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ। ਉਹ ਗੁਰੂ ਦੇ ਪ੍ਰਸਾਦ ਦੇ ਨਾਲ, ਗੁਰੂ ਦੀ ਕਿਰਪਾ ਦੇ ਦੁਆਰਾ ਸਾਨੂੰ ਉਹ ਗੁਣ ਸਾਡੇ ਵਿੱਚ ਪ੍ਰਗਟ ਹੋ ਜਾਂਦੇ ਆ। ਟਿਕਾਣਾ, ਪਰਮਾਨੈਂਟ। ਹੁਣ ਹੋਰ ਅੱਗੇ ਚੱਲੀਏ। ਕਹਿੰਦੇ ਜਨਮ ਮਰਨ ਨਾ ਹੋਏ ਵਿਨਾਸ਼ਾ। ਇਹ ਬੜੀ ਘੁੰਡੀ ਇੱਥੇ, ਇੱਥੇ ਬੜੇ ਬੜੇ ਟਪਲੇ ਖਾ ਜਾਂਦੇ ਆ, ਬੜੇ ਬੜੇ ਗੁਣੀ ਗਿਆਨੀ ਇੱਥੇ ਇੱਥੇ ਸਿਰ ਫੜ ਕੇ ਬਹਿ ਜਾਂਦੇ ਆ ਵੀ ਇਹ ਗੱਲ ਕੀ ਕਹਿਤੀ ਆ। ਜਨਮ ਮਰਨ ਨਹਿ ਹੋਏ ਵਿਨਾਸ਼ਾ, ਇੱਥੇ ਲਫ਼ਜ਼ ਹੈ ਵਿੱਚ ਨਹਿ। ਹੁਣ ਇਹ ਜਿਹੜਾ ਨਹਿ ਲਫ਼ਜ਼ ਹੈ ਇਹ ਦੋਨਾਂ ਪਾਸੇ ਲੱਗਣਾ, ਜਨਮ ਮਰਨ ਨਹਿ, ਨਹਿ ਹੋਏ ਵਿਨਾਸ਼ਾ। ਇਹ ਦੋਨਾਂ ਪਾਸੇ ਇਹ ਅੱਖਰ ਇਹਨੂੰ ਨਾਮ ਦਿੰਦੇ ਆ ਗ੍ਰਾਮਰ ਦੇ ਵਿੱਚ। ਇਹਨੂੰ ਕਹਿੰਦੇ ਆ ਜੀ ਦੇਲੀ ਦੀਪਕ। ਦੇਲੀ ਦੀਪਕ ਅੱਖਰ ਹੁੰਦੇ ਆ ਉਹ ਜਿਹੜੇ ਜਿੱਦਾਂ ਦੀਵਾ ਪਿਆ ਹੋਏ ਬੂਹੇ ਦੇ ਵਿੱਚ ਤੇ ਉਹ ਘਰ ਦੇ ਅੰਦਰਲੇ ਪਾਸੇ ਵੀ ਚਾਨਣਾ ਦੇਗਾ ਤੇ ਬਾਹਰਲੇ ਪਾਸੇ ਵੀ ਚਾਨਣਾ ਦੇਗਾ। ਇਸ ਕਰਕੇ ਇਦਾਂ ਦੇ ਅੱਖਰਾਂ ਨੂੰ ਜਿਹੜੇ ਦੋਨਾਂ ਪਾਸੇ ਲੱਗਦੇ ਨੇ ਉਹਨਾਂ ਨੂੰ ਦੇਹਲੀ ਦੀਪਕ ਕਿਹਾ ਜਾਂਦਾ ਹੈ। ਆਦਰ ਮਿਲਿਆ, ਪੰਚ ਪ੍ਰਵਾਨ ਹੋਇਆ, ਸਰਬ ਸ੍ਰੇਸ਼ਟ ਪੰਚ। ਇਹ ਪੰਚ ਦਾ ਵੀ ਆਪਾਂ ਅੱਗੇ ਅੱਗੇ ਇਹ ਅੱਖਰ ਨੂੰ ਖੋਲਾਂਗੇ। ਪੰਜ ਪ੍ਰਵਾਨ ਹੈ ਕੀ ਹੈ, ਬਾਣੀ ਦੇ ਵਿੱਚ ਇਹ ਸਾਰੀਆਂ ਗੱਲਾਂ ਆਉਣੀਆਂ।
बड़ी इंटरेस्टिंग होनी है। हुण जन्म मरण दे गेड़ तो मुक्त हो गया और अकाल पुरख दी दरगाह ते कबूलिया गया, अकाल पुरख दी दरगाह दा निशान बन गया। जिहड़ा अकाल पुरख दा गुण है, ना होए बिनासा। जिहड़ा अकाल पुरख दा गुण है कि वो सदा 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 वास्ते कायम है, वो गुण तेरे विच भी आ जाऊगा क्योंकि तू ओहदा रूप बन गया। अगे चलिए, मस्तक के कर्म लिखियो धुर जाकै। मस्तक के कर्म लिखियो धुर जाकै। पर ये धुरों जिस दे मत्थे ते अकाल पुरख दी मेहर दा, अकाल पुरख दे गुरप्रसाद दा लेख उगड़दा है मस्तके। हुण मस्तके ये नहीं है भी वो लखारी है ते मथे ते पेंसिल नाल अखर लिख के भेजदा, नहीं। हुण ये मस्तक ये है कि पूर्वले कर्मां दी बदौलत मातलोक ते परलोक, मातलोक जिहड़ा जिहड़ा हुण है, जिथे असीं हुण रह रहे हैं, और परलोक जिहड़ा साडा नैक्सट अगला जन्म जिन्हों आपां इस वेले आपां कह लीए। मैं फिर बेनती करदा कि इस इन्हां मीनिंग्स ते टिकना नहीं है। ये मैं सिर्फ ते सिर्फ गल नूं कहण वास्ते कह रहा, और ये अगे जाके हो जाएगा क्लीयर कि ये पूर्वले कर्म की ने, अगला जन्म की है। ये अगे जाके इसे बाणी दे विच ही इहदे खुलासे हो जाने ने। मस्तके कर्म लिखियो धुर जाकै। पूर्वले कर्मां दी बदौलत, पूर्वला कर्म समझ लो कि हुण तो 1 घंटा पहला तुसीं जिहड़ा काम कीता वो तुहाडा पूर्वला कर्म बन गया। वो पिछले जन्म दा नहीं है, भुलेखा है। वो कहण दे पिछले जन्म दा की पता सानूं। ये बाणी ने खोलणीਆਂ ने चीज़ां सारियां। पूर्वला कर्म कल जिहड़ा तुसीं काम कीता वो तुहाडा पूर्वला ਕੰਮ पूर्वला ਕੰਮ बन गया, पूर्वला कर्म बन गया। लिखियो धुर जाकै। जाकै दा मतलब भाणे दे विच। ताकै दा मतलब उस अकाल पुरख दी किरपा दी बदौलत। हर संपै नानक घर ताकै। उस दे हिरदे दे विच ये नाम दी पूंजी, नाम दा धन इकट्ठा होना शुरू होएगा। शब्द इत्थे हर एक वारी आ रहा हुण, हर संपै शब्द दी पूंजी। शब्द दा जपना एक वार भी किया तुहाडी जिंदगी दे विच वेस्ट नहीं जाता। वो इसे तरह जिस तरह असी इंश्योरेंस की किश्त दे के सेफ हो जाने आ कि कल नूं जे कोई प्रॉब्लम आउंदी है ते आ इंश्योरेंस साडे कोल है। ये तुसीं बाबे नानक दे घर, अकाल पुरख दे घर इंश्योर्ड हो रहे हो। चाहे तुसीं 10 वारी अकाल पुरख दा नाम बोल रहे हो, चाहे एक वारी बोल रहे हो, चाहे लखां वारी बोल रहे हो। हर संपै नानक घर ताकै, पर उस दी किरपा दे नाल ताकै, उस अकाल पुरख दी बदौलत किरपा दे नाल भगती कीती। ਇਹ है जप अखर ਜਿਹੜਾ ਅਸੀਂ ਖੋਲਣ ਦੀ ਕੋਸ਼ਿਸ਼ ਕੀਤੀ ਹੈ। इन शॉर्ट ਦੇ ਵਿੱਚ ਸ਼ਬਦ ਅਸੀਂ ਖੋਲਿਆ, ਲੇਕਿਨ ਜੱਜਾ ਪੱਪਾ ਇਹ ਹੁਕਮ ਹੈ, ਰਸਨਾ ਦੇ ਨਾਲ ਜਪਣ ਦਾ ਹੁਕਮ ਹੈ। ਔਰ ਇਹਦਾ ਰਿਜ਼ਲਟ ਸਾਨੂੰ ਇੱਕਦਮ ਨਹੀਂ ਮਿਲਣਾ। ਇਹਦੇ ਇੱਤੇ ਮਿਹਨਤ ਕਰਨੀ ਪੈਣੀ ਹੈ। ਮਿਹਨਤ ਤੋਂ ਬਾਅਦ ਸਾਨੂੰ ਇਹਦੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ, ਔਰ ਅਭਿਆਸੀ ਇਹ ਸਾਰਾ ਕੁਝ ਵਰਤਾਰਾ ਦੇਖ ਸਕਦਾ, ਪੂਰਨ ਤੌਰ ਤੇ ਦੇਖ ਸਕਦਾ ਕੀ ਤਬਦੀਲੀ ਉਹਦੇ ਚ ਆਈ ਹੈ। ਇਹ ਵੀ ਕੰਪਲੀਟਲੀ ਉਹ ਦੇਖ ਸਕਦਾ। ਹੁਣ ਆਪਾਂ ਆਈਏ ਜੀ, ਇੱਕ ਹੋਰ ਐਗਜ਼ਾਮਪਲ ਆਪਾਂ ਲੈਨੇ, ਉਹਦੇ ਬਾਅਦ ਮੈਂ
थोड़ियां एग्जाम्पल पढ़ के बोलूंगा। अगला, अच्छा, ਇਹ ਚੀਜ਼ ਜਿਹੜੀ ਮੈਂ 3 ਅੱਖਰਾਂ ਦੀ ਦੱਸ ਕੇ ਆਇਆ, ਇਹ ਬਿਲਕੁਲ ਇਸ ਚੀਜ਼ ਨੂੰ ਯਾਦ ਔਰ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਹੈ, ਤਾਂ ਕਿ ਤੁਸੀਂ ਹੋਰ ਵੀ ਬਾਣੀ ਪੜ੍ਹੋ, ਕੋਈ ਹੋਰ ਵੀ ਸ਼ਬਦ ਪੜ੍ਹੋ ਔਰ ਤੁਹਾਨੂੰ ਇਹ ਅਸੂਲ ਯਾਦ ਆ ਜੇ ਵੀ ਇਹ ਗੱਲ ਇਸੇ ਤਰ੍ਹਾਂ ਹੀ ਅਸੀਂ ਲਾਗੂ ਕਰਨੀ ਹੈ। ਜਿੱਥੇ ਵੀ ਇਹ ਇਸੇ ਤਰ੍ਹਾਂ ਆਏਗਾ, ਉੱਥੇ ਇਸੇ ਤਰ੍ਹਾਂ ਹੀ ਅਸੀਂ ਇਹ ਗੱਲ ਲਾਗੂ ਕਰਨੀ ਹੈ। ਵਾਹਿਗੁਰੂ, 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 ਵਾਹਿਗੁਰੂ। ਇੱਕ ਹੋਰ ਸ਼ਬਦ ਅਸੀਂ ਲੈਣ ਲੱਗੇ ਹਾਂ, ਮਾਝ ਮਹੱਲਾ ਪੰਜਵਾਂ। ਮੈਂ ਸ਼ਬਦ ਸਕਰੀਨ ਤੇ ਸਾਂਝਾ ਕਰ ਰਿਹਾ। ਉਹ ਸ਼ਬਦ ਹੈ, ਸਿਫਤ ਸਲਾਹ ਤੇਰਾ ਹੁਕਮ ਰਜਾਈ। ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ, ਸੋਈ ਜਪ ਜੋ ਪ੍ਰਭ ਜੀਉ ਭਾਵੈ, ਭਾਣੈ ਪੂਰ ਗਿਆਨਾ ਜੀ। ਮਹੱਲਾ ਪੰਜਵਾਂ, ਮਾਝ ਮਹੱਲਾ ਪੰਜਵਾਂ, ਪੋਥੀ ਦਾ ਪੰਨਾ ਨੰਬਰ ਹੈ 100, 100। ਸਿਫਤ ਸਲਾਹ ਤੇਰਾ ਹੁਕਮ ਰਜਾਈ। ਤੇਰੇ ਭਾਣੇ ਵਿੱਚ ਰਹਿ ਕੇ, ਭਾਣੇ ਵਿੱਚ ਰਹਿ ਕੇ ਜੋ ਸਿਫਤ ਹੈ, ਜੋ ਭਗਤੀ ਹੈ, ਉਹ ਹੀ ਫਰੂਟਫੁਲ ਹੈ। ਇੱਕ ਵਾਰ ਜ਼ਿਕਰ ਕੀਤਾ ਸੀ ਨਾ ਕਿ ਮਨਮੁਖ ਵੀ ਹਰ ਹਰ ਕਰਦੇ ਆ, ਮਨਮੁਖ ਵੀ ਨਾਮ ਜਪਦੇ ਆ ਆਪਣੀ ਮਰਜ਼ੀ ਦੇ ਨਾਲ, ਆਪਣੀ ਸਹੂਲਤ ਦੇ ਨਾਲ, ਲੇਕਿਨ ਉਹ ਭਾਣੇ 'ਚ ਨਹੀਂ ਹੈ। ਬੰਦਾ ਵੀ ਤੇ ਬਣਨਾ ਪਊਗਾ, ਆਪਣਾ ਵੀ ਤੇ ਮਨ ਬਣਾਉਣਾ ਪਊ ਨਾ, ਕਮਿਟਮੈਂਟ ਵੀ ਤੇ ਕਰਨੀ ਪਊ, ਭਰੋਸਾ ਵੀ ਤੇ ਕਰਨਾ ਪਊ, ਪ੍ਰਤੀਤ ਵੀ ਤੇ ਕਰਨੀ ਪਊ, ਦੀਖਿਆ ਵੀ ਤੇ ਲੈਣੀ ਪਊ, ਕਮਿਟਮੈਂਟ ਵੀ ਕਰਨੀ ਪਊ। ਦੀਖਿਆ, ਸਿਫਤ ਸਲਾਹ ਤੇਰਾ ਹੁਕਮ ਰਜਾਈ। ਤੇਰਾ ਹੁਕਮ ਸਿਰ ਮੱਥੇ ਉੱਤੇ ਮੰਨਣਾ ਤੇਰੀ ਸਿਫਤ ਸਲਾਹ ਹੀ ਹੈ। ਇਹ ਲਿਖਿਆ ਸਾਡੇ ਸਾਹਮਣੇ, ਇਹਨੂੰ ਥੋੜਾ ਜਿਹਾ ਖੋਲੀਏ। ਸਿਫਤ ਸਲਾਹ ਤੇਰਾ ਹੁਕਮ ਰਜਾਈ, ਤੇਰੇ ਹੁਕਮ ਦੀ ਰਜ਼ਾ ਦੇ ਵਿੱਚ, ਤੇਰੇ ਭਾਣੇ ਦੇ ਵਿੱਚ ਰਹਿ ਕੇ, ਦੁੱਖ ਨੂੰ ਸੁੱਖ ਨੂੰ ਇਕੁਅਲ ਜਾਣ ਕੇ, ਬਰਾਬਰ ਜਾਣ ਕੇ, ਇੱਕੋ ਜਿਹਾ ਜਾਣ ਕੇ, ਉਹ ਸਮੇਂ ਜਿਹੜੀ ਭਗਤੀ ਹੁੰਦੀ ਹੈ ਉਹ ਹੀ ਫਰੂਟਫੁਲ ਹੈ, ਉਹਦਾ ਹੀ ਫਲ ਸਾਨੂੰ ਮਿਲਣਾ ਹੈ। ਕਿਉਂਕਿ ਮਨ ਉਸ ਵੇਲੇ ਜ਼ੀਰੋ ਹੈ, ਮਨ ਦੀ ਕੋਈ ਆਪਣੀ ਆਈਡੈਂਟਿਟੀ ਨਹੀਂ ਹੈ, ਹਉਮੈ ਨਹੀਂ ਹੈ, ਹਉਮੈ ਜ਼ੀਰੋ ਹੈ। ਹੁਣ ਇਹ ਕਿੱਦਾਂ ਹੋਏਗਾ? ਜਦੋਂ ਅਸੀਂ ਇੱਕ ਸਿਸਟਮ ਦੇ ਵਿੱਚ ਆਵਾਂਗੇ। ਉਹ ਸਿਸਟਮ ਹੈ ਇੱਕ ਰੱਬ ਨੂੰ ਮੰਨਣਾ, ਇੱਕ ਰੱਬ ਦੇ ਵਿੱਚ ਪ੍ਰਤੀਤ ਭਰੋਸਾ, ਇੱਕ ਰੱਬ ਦੇ ਨਾਲ ਕਮਿਟਮੈਂਟ ਔਰ ਇੱਕ ਰੱਬ ਦੇ ਨਾਮ ਦਾ ਜਾਪ। ਇਸੇ ਕਰਕੇ ਮੈਂ ਇਹ ਬਾਰ-ਬਾਰ ਰਿਪੀਟ ਕਰਨੀਆਂ ਨੇ ਗੱਲਾਂ, ਕਿਉਂਕਿ ਇਹ ਗੱਲਾਂ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਲਾਗੂ ਹੋਣੀਆਂ ਨੇ, ਜਿਹੜੀਆਂ ਸਾਨੂੰ ਦੱਸੀਆਂ ਨਹੀਂ ਗਈਆਂ, ਜਿਹੜੀਆਂ ਸਾਨੂੰ ਕਿਸੇ ਨੇ ਸਮਝਾਈਆਂ ਹੀ ਨਹੀਂ। ਇਹ ਤਾਂ ਮਨ ਜ਼ੀਰੋ ਹੋਏਗਾ, ਤਾਂ ਅਸੀਂ ਆਪਣੀ ਆਇਡੈਂਟੀਟੀ ਛੱਡਾਂਗੇ। ਸਾਰੀ ਜ਼ਿੰਦਗੀ ਅਸੀਂ ਆਪਣੇ ਤਿੰਨ ਹੀ ਗੱਲਾਂ ਜਿਹੜੀਆਂ ਅਸੀਂ ਸਾਡੇ ਨਾਲ ਚੱਲਦੀਆਂ ਨੇ ਹਮੇਸ਼ਾ ਗੱਲਾਂ ਦੇ ਵਿੱਚ, ਐਵਰੀ ਡੇ ਜਿਹਨੂੰ ਵੀ ਕਿਸੇ ਨੂੰ ਅਸੀਂ ਮਿਲਦੇ ਹਾਂ, ਸਾਡਾ ਸਾਡਾ ਸਕਸੈਸ, ਸਾਡਾ ਫੇਲੀਅਰ, ਤੇ ਤੀਜਾ ਹੈ ਸਾਡਾ ਨਾ। ਇਹ ਚੀਜ਼ਾਂ ਰੋਜ਼ ਰੋਜ਼ ਚੱਲਦੀਆਂ। ਮਨ ਜ਼ੀਰੋ ਨਹੀਂ ਹੈ, ਆਈਡੀ ਖਤਮ ਨਹੀਂ ਕੀਤੀ, ਹਉਮੈ ਜ਼ੀਰੋ ਨਹੀਂ ਕੀਤੀ, ਤੇ ਇਬਾਦਤ ਕਿੱਦਾਂ ਕਬੂਲ ਹੋ ਜਾਏਗੀ? ਉਹ ਇਬਾਦਤ ਤੇ ਫਿਰ ਮਨਮੁਖ ਦੀ ਇਬਾਦਤ ਰਹੇ। ਭਰੋਸਾ, ਵੈਰੀ ਵੈਰੀ ਇੰਪੋਰਟੈਂਟ। ਭਰੋਸਾ, ਭਰੋਸਾ, ਅਕਾਲ ਪੁਰਖ ਤੇ ਭਰੋਸਾ ਕਰੋ। ਉਹ ਹੈ, ਉਹ ਸੀ, ਉਹ ਗਾਂ ਵੀ ਰਹੇਗਾ। ਅੱਛਾ, ਸੋ
ਗਿਆਨ ਧਿਆਨ ਜੋ ਤੁਧ ਭਾਈ। ਜੋ ਤੈਨੂੰ ਭਾਉਂਦਾ ਹੈ ਉਹੀ ਅਸਲ ਗਿਆਨ ਹੈ, ਉਹੀ ਅਸਲ ਧਿਆਨ ਹੈ। ਜਿਹੜਾ ਧਿਆਨ ਲੱਗਣਾ, ਜੋ ਵੀ ਵਿਵੇਕ ਬੁੱਧੀ ਮੇਰੇ ਕੋਲ ਹੈ, ਉਹ ਅਕਾਲ ਪੁਰਖ ਨੂੰ ਐਕਸੈਪਟੇਬਲ ਹੈ, ਐਕਸੈਪਟੇਬਲ ਹੈ। ਸੋ ਗਿਆਨ ਧਿਆਨ ਜੋ ਤੁਧ ਭਾਈ, ਸੋਈ ਜਪ ਜੋ ਪ੍ਰਭ ਜੀਉ ਭਾਵੈ। ਉਹੀ ਗੱਲ ਪੱਕੀ ਕੀਤੀ ਹੈ, ਭਰੋਸਾ। ਹਾਂ ਹਾਂ, ਭਰੋਸਾ ਭਰੋਸਾ ਭਰੋਸਾ। ਇਹ ਗੱਲ ਨੂੰ ਪੱਲੇ ਬੰਨ ਲਓ, ਇੱਕ ਅਕਾਲ ਪੁਰਖ ਤੇ ਭਰੋਸਾ ਕਰਨਾ ਪੈਣਾ, ਤਾਂ ਇਹ ਚੀਜ਼ਾਂ ਬਾਰ-ਬਾਰ ਸਾਨੂੰ ਦ੍ਰਿੜਾਈਆਂ ਨੇ। ਨਹੀਂ ਤਾਂ ਲਿਖਣ ਦਾ ਕੋਈ ਮਤਲਬ ਨਹੀਂ ਸੀ ਕਿ ਉਹੀ ਗੱਲ ਉਹ ਤੀਜੀ ਲਾਈਨ ਦੇ ਵਿੱਚ ਵੀ ਲਿਖ ਦੇ। ਦੇਖੋ, ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ। ਔਰ ਉਸੇ ਗੱਲ ਨੂੰ, ਦੋਨਾਂ ਗੱਲਾਂ ਨੂੰ ਇੱਥੇ ਕਹਿਤਾ, ਸੋਈ ਜਪ ਜੋ ਪ੍ਰਭ ਜੀਉ ਭਾਵੈ, ਭਾਣੈ ਪੂਰ ਗਿਆਨਾ ਜੀਉ। ਉਹੀ ਜਪ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਦੋਂ ਮੈਂ ਕੰਪਲੀਟਲੀ ਪੂਰਨ ਤੌਰ ਤੇ ਤੇਰੇ ਭਾਣੇ ਵਿੱਚ ਆ ਜਾਵਾਂਗਾ, ਉਹ ਜਪ ਹੀ ਕਬੂਲਿਆ ਜਾਏਗਾ, ਉਹ ਜਪ ਹੀ ਅਕਾਲ ਪੁਰਖ ਨੂੰ ਭਾਉਣਾ ਸ਼ੁਰੂ ਹੋਏਗਾ। ਕਿਉਂਕਿ ਜਪ ਕਰਨ ਵਾਲਾ ਕੰਪਲੀਟਲੀ ਉਹਦੇ ਭਾਣੇ ਦੇ ਵਿੱਚ ਹੈ। ਉਸੇ ਸਮੇਂ ਸਾਨੂੰ ਅਧਿਆਤਮ ਦਾ ਗਿਆਨ ਹੋਣਾ ਆਰੰਭ ਹੋਏਗਾ। ਇਹ ਗੱਲਾਂ, ਇਹ ਹਿੰਮਤ, ਇਹ ਬਖਸ਼ਿਸ਼, ਇਹ ਲਫ਼ਜ਼ ਅਕਾਲ ਪੁਰਖ ਆਪ ਬਖਸ਼ੇਗਾ। ਅਧਿਆਤਮ ਦਾ ਗਿਆਨ ਅਕਾਲ ਪੁਰਖ ਦੇਗਾ, ਤਾਂ ਹੀ ਅਸੀਂ ਉਹਦੇ ਭਾਣੇ ਦੇ ਵਿੱਚ ਜਾ ਸਕਾਂਗੇ। ਅੱਗੇ ਚੱਲੀ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰੇ ਮਨ ਭਾਵੈ। ਹੁਣ ਮਨੇ ਭਾਵੈ, ਸਾਹਿਬ ਤੇਰੇ ਮਨੇ ਭਾਵੈ। ਉਹ ਸਾਹਿਬ ਦਾ ਵੀ ਕੋਈ ਮਨ ਹੈ? ਸਾਹਿਬ ਵੀ ਸੋਚਦਾ ਨਹੀਂ। ਇਹ ਮਨ ਭਾਵੈ ਦਾ, ਜਦੋਂ ਨੰਨੇ ਨੂੰ ਸਿਹਾਰੀ ਆਈ ਔਰ ਸਾਹਿਬ ਦਾ ਜ਼ਿਕਰ ਆ ਰਿਹਾ, ਅਕਾਲ ਪੁਰਖ ਦਾ ਜ਼ਿਕਰ ਆ ਰਿਹਾ, ਉਹਦਾ ਮਤਲਬ ਹੈ ਜੋ ਤੇਰੇ ਭਾਣੇ ਦੇ ਵਿੱਚ ਹੈ, ਜੋ ਤੈਨੂੰ ਭਾਉਂਦਾ ਹੈ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ। ਨਾਮ ਦੇ ਮੰਮੇ ਨੂੰ ਔਂਕੜ ਹੈ, ਅੰਮ੍ਰਿਤ ਦੇ ਤੱਤੇ ਨੂੰ ਔਂਕੜ ਹੈ। ਜੇ ਕੋਈ ਅੰਮ੍ਰਿਤ ਹੈ, ਉਹ ਅਦਿੱਖ ਹੈ, ਹੋਰ ਕੋਈ ਅੰਮ੍ਰਿਤ ਨਹੀਂ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਭਰੋਸਾ ਕਰ ਲਓ, ਪੱਕੀ ਗੱਲ ਕਰ ਲਓ, ਅੰਮ੍ਰਿਤ ਹੋਰ ਕੋਈ ਨਹੀਂ ਹੈ, ਜਲ ਹੈ। ਜਿਸ ਜਲ ਨਿਧ ਕਾਰਨ ਤੁਮ ਜਾਗਾਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਜਲ ਦੇ ਜ਼ਰੀਏ ਅਸੀਂ ਦੀਖਿਅਤ ਹੁੰਨੇ ਆ। ਉਸ ਦੀਖਿਆ ਦੇ ਵਿੱਚ ਸਾਨੂੰ ਸ਼ਬਦ ਮਿਲਦਾ ਹੈ, ਜਿਹਦਾ ਜਾਪ ਅਸੀਂ ਇਸ ਜਨਮ ਦੇ ਵਿੱਚ ਕਰਨਾ ਹੈ। ਅੰਮ੍ਰਿਤ ਦੇ ਤੱਤੇ ਨੂੰ ਵੀ ਔਂਕੜ ਹੈ, ਅੰਮ੍ਰਿਤ ਵੀ ਇੱਕ ਹੈ, ਨਾਮ ਦੇ ਮੰਮੇ ਨੂੰ ਵੀ ਔਂਕੜ ਹੈ, ਉਹ ਵੀ ਇੱਕ ਹੈ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰਾ ਮਨ ਭਾਵੈ। ਜੋ ਉਸ ਨੂੰ ਭਾਉਂਦਾ ਹੈ। ਅੱਗੇ ਚਲਿए। ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ। ਬਿਲਕੁਲ ਇਹ ਉਹੀ ਦੋ ਤੁਕਾਂ ਜਿਹੜੀਆਂ ਦੋ ਅਸੀਂ ਪਿਛਲੀਆਂ ਪੜ੍ਹ ਕੇ ਆਏ ਆ, ਉਹਦਾ ਨਿਚੋੜ ਹੈ। ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਭਾਨਾ ਜੀ, ਮਨ ਮਾਨਾ ਜੀ। ਹੁਣ ਸੰਤ ਸੰਤਨ ਭਗਤ ਜਿਹੜੇ ਉੱਚੀ ਬਿਰਤੀ ਦੇ ਲੋਕ ਨੇ, ਤੁਸੀਂ ਉਹਨਾਂ ਦੇ ਬਣ ਗਏ ਤੇ ਉਹ ਤੁਹਾਡੇ ਬਣ ਜਾਣਗੇ। ਉਹੀ ਸੰਤ ਜਿਹੜੇ ਮੰਨਣ ਦੀ ਅਵਸਥਾ 'ਚ ਨੇ। ਮੰਨਣ ਦੀ ਵੀ ਇੱਕ ਅਵਸਥਾ ਹੈ ਜਿਹੜੀ ਸੁਣਨ ਤੋਂ ਬਾਅਦ ਆਉਂਦੀ ਹੈ। ਇਹੀ ਚੀਜ਼ ਮੈਂ ਰਿਪੀਟ ਕਰ ਆਇਆ ਸੀ ਪਿੱਛੇ, ਤਕਰੀਬਨ 5-7 ਵਾਰੀ ਅਸੀਂ ਰਿਪੀਟ ਕੀਤਾ ਹੈ
ਕਿ ਇਹ ਚਾਰ ਚੀਜ਼ਾਂ ਹੀ ਆਉਣਗੀਆਂ। ਇਸੇ ਬਾਣੀ ਦੇ ਵਿੱਚ ਆਏਗਾ, ਸੁਣਨ ਦੇ ਚਾਰ ਪਦੇ ਆਉਣਗੇ, ਸੁਣਿਆ ਸਿੱਧ ਪੀਰ ਸੁਨਾਥ, ਸੁਣਿਆ ਧਰਤ ਧਵਲ ਆਕਾਸ਼, ਔਰ ਉਹਦੇ ਬਾਅਦ ਫਿਰ ਮੰਨਣ ਦੀ ਅਵਸਥਾ ਆਏਗੀ। ਮੰਨਣ ਦੇ ਵੀ ਚਾਰ ਪਦੇ ਹੀ ਆਉਣਗੇ। ਤੂੰ ਸੰਤਨ ਕਾ ਸੰਤ, ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ। ਉਹ ਜਿਹੜੇ ਭਗਤ ਹੋਣਗੇ, ਉਹ ਜਿਹੜੇ ਸੰਤ ਹੋਣਗੇ, ਉਹ ਹੀ ਗੁਰਮੁਖ ਸਿਸਟਮ ਦੇ ਵਿੱਚ ਆਉਣਗੇ ਔਰ ਉਹ ਸੁਣਨ ਤੋਂ ਬਾਅਦ ਮੰਨਣ ਦੀ ਅਵਸਥਾ 'ਚ ਪਹੁੰਚੇ ਹੋਣਗੇ। ਇਹ ਉਹਨਾਂ ਦੀ ਗੱਲ ਕੀਤੀ ਹੈ। ਅੱਗੇ ਚੱਲੀਏ। ਤੂੰ ਸੰਤਨ ਕੀ ਕਰਹਿ ਪ੍ਰਤਪਾਲਾ। ਹੁਣ ਪ੍ਰਤਪਾਲਾ ਜੀ ਸ੍ਰਿਸ਼ਟੀ ਦਾ ਪਾਲਣਹਾਰ। ਠੀਕ ਹੈ, ਬਿਲਕੁਲ ਠੀਕ ਹੈ, ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਕਿ ਉਹ ਪਾਲਣਾ ਤੇ ਹੁੰਦਾ ਵੀ ਉਹਨੇ ਸਾਨੂੰ ਰੋਟੀ ਖਵਾਉਣੀ, ਸਾਨੂੰ ਨਵਾਉਣਾ ਧਵਾਉਣਾ, ਸਾਡਾ ਖਿਆਲ ਰੱਖਣਾ, ਸਾਨੂੰ ਸਵਾਉਣਾ। ਇਹ ਚੀਜ਼ ਹੁੰਦੀ ਹੈ ਪਾਲਣਾ, ਜਿੱਦਾਂ ਮਾਂ ਪਿਓ ਆਪਣੇ ਬੱਚੇ ਨੂੰ ਪਾਲਦੇ। ਕੰਪਲੀਟ ਕੇਅਰ, ਪੂਰਨ ਤੌਰ ਤੇ ਉਹਦਾ ਖਿਆਲ। ਬੱਚਾ ਹੋਵੇ, ਘਰ 'ਚ ਕਈਆਂ ਨੇ ਕੁੱਤੇ ਰੱਖੇ ਆ, ਉਹ ਵੀ ਪਾਲਤੂ ਪਸ਼ੂ ਹੁੰਦੇ ਆ ਔਰ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਰੱਖਦੇ ਆ। ਟਾਈਮ ਸਿਰ ਉਹਨਾਂ ਦੇ ਟੀਕੇ, ਬਿਮਾਰ ਠਮਾਰ ਹੋ ਜਾਣ ਡਾਕਟਰ ਕੋਲ, ਬੜੇ ਪਿਆਰ ਨਾਲ ਪਾਲਦੇ ਆ। ਹੁਣ ਨਾ ਤੇ ਸਾਨੂੰ ਅਕਾਲ ਪੁਰਖ ਨਜ਼ਰ ਆ ਰਿਹਾ, ਨਾ ਉਹਦੀ ਪਾਲਣਾ ਸਾਨੂੰ ਨਜ਼ਰ ਆ ਰਹੀ ਹੈ ਵੀ ਇਹ ਸਾਨੂੰ ਕਿੱਦਾਂ ਪਾਲਦਾ ਹੈ। ਇੱਕੋ ਇੱਕ ਇਹ ਗੱਲ ਸਾਰੀ ਗੁਰਬਾਣੀ 'ਚ ਲਾਗੂ ਹੋਏਗੀ। ਇਹ ਸੰਤਾਂ ਨੂੰ ਪ੍ਰਤਪਾਲਣਾ ਕਿੱਦਾਂ ਹੈ ਕਿ ਉਹਨਾਂ ਨੂੰ ਬਖਸ਼ਿਸ਼ ਕਰਕੇ ਗੁਰ ਪ੍ਰਸਾਦ ਦੇ ਨਾਲ ਨਾਮ ਵਾਲੇ ਪਾਸੇ ਲਾਈ ਰੱਖਦਾ ਹੈ। ਇਹ ਹੈ ਪ੍ਰਤਪਾਲਣਾ, ਅਧਿਆਤਮ। ਅੰਦਰ ਕਿੱਦਾਂ ਪ੍ਰਤਪਾਲਦਾ? ਉਹਨਾਂ ਨੂੰ, ਭਗਤਾਂ ਨੂੰ, ਸੰਤਾਂ ਨੂੰ, ਉੱਚੀ ਬਿਰਤੀ ਦੇ ਲੋਕਾਂ ਨੂੰ, ਜਾਂ ਜਿਹੜੇ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਨਾਲ, ਜਿਹੜੇ ਅੱਗੇ ਉਹਨਾਂ ਦੀ ਸਿੱਖਿਆ ਦੇ ਨਾਲ, ਉਹਨਾਂ ਦੀ ਸਿੱਖਿਆ ਤੇ ਅਮਲ ਕਰਦੇ ਨੇ, ਜਿਹੜੇ ਆਮ ਲੋਕ ਸਾਡੇ ਵਰਗੇ, ਉਹਨਾਂ ਨੂੰ ਗੁਰਪ੍ਰਸਾਦ ਦੇ ਨਾਲ ਅਕਾਲ ਪੁਰਖ ਨਾਮ ਵਾਲੇ ਪਾਸੇ ਲਾਈ ਰੱਖਦਾ। ਰੋਟੀ ਨਹੀਂ ਦੇਗਾ, ਕੱਪੜੇ ਨਹੀਂ ਬਦਲੇਗਾ, ਖੇਡਾਂ ਨਹੀਂ ਕਰੇਗਾ ਤੁਹਾਡੇ ਨਾਲ, ਸਿਰਫ ਤੇ ਸਿਰਫ ਗੁਰਪ੍ਰਸਾਦ ਦੇ ਨਾਲ ਨਾਮ ਜਪਣ ਵਾਲੇ ਪਾਸੇ ਲਾਈ ਰੱਖੇਗਾ। ਤੂੰ ਸੰਤਨ ਕੀ ਕਰਹਿ ਪ੍ਰਤਪਾਲਾ, ਸੰਤ ਖੇਲੈ ਤੁਮ ਸੰਗ ਗੋਪਾਲਾ। ਹੁਣ ਖੇਲਣਾ ਕੀ ਹੈ? ਖੇਲਣਾ ਕੀ ਹੈ? ਬੱਚਾ ਕੋਈ ਖੇਡ ਖੇਡਦਾ ਹੈ ਇਕੱਲਾ, ਉਹ ਪੂਰਨ ਤੌਰ ਤੇ ਮਸਤ ਹੋ ਜਾਂਦਾ ਉਹਦੇ ਵਿੱਚ। ਉਹਨੂੰ ਆਵਾਜ਼ਾਂ ਵੀ ਮਾਰੋ, ਕਈ ਵਾਰੀ ਸੁਣਦੀਆਂ ਹੀ ਨਹੀਂ ਆਵਾਜ਼ਾਂ। ਇਹ ਐਕਸਪੀਰੀਅੰਸ ਸਾਡੇ ਨਾਲ ਸਾਰਿਆਂ ਨਾਲ ਹੁੰਦਾ, ਹੋਇਆ ਵੀ ਹੋਣਾ। ਇਹ ਖੇਲਣ ਦਾ ਮਤਲਬ ਕੀ ਹੈ? ਖੇਲਣ ਦਾ ਮਤਲਬ ਹੈ ਇਕੱਠੇ, ਜਲ ਕਾ ਜਲ ਹੁਆ ਰਾਮ। ਉਸ ਅਕਾਲ ਪੁਰਖ ਦੇ ਵਿੱਚ ਇੱਕ ਮਿਕ ਹੋ ਗਏ, ਹੋਰ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗ ਰਿਹਾ। ਬਾਕੀ ਸਾਰਾ ਪ੍ਰਬੰਧ ਸਿਸਟਮ ਆਪੇ ਹੀ ਚੱਲੀ ਜਾ ਰਿਹਾ, ਕਿਉਂਕਿ ਸੰਤ ਖੇਲੇ ਤੁਮ ਸੰਗ ਗੋਪਾਲਾ, ਇੱਕ ਮਿਕ ਹੋ ਗਏ ਉਸ ਅਕਾਲ ਪੁਰਖ ਦੇ ਸਰੂਪ ਦੇ ਵਿੱਚ, ਰੂਪ ਦੇ ਵਿੱਚ। ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀਓ। ਜੋ ਤੇਰੇ ਬਣ ਗਏ, ਉਹ ਮੈਂ ਇੱਕ ਲਫ਼ਜ਼ ਯੂਜ਼ ਕਰਦਾ ਹੁੰਦਾ, ਇੱਕ ਤੇ ਲਫ਼ਜ਼ ਹੈ ਪਿਓਰ, ਇੱਕ ਹੈ ਪਿਓਰ ਪਲੱਸ। ਕਈ ਐਡਵਰਟਾਈਜ਼ਮੈਂਟ ਤੇ ਹੀ ਲਿਖਿਆ ਹੁੰਦਾ ਵਾਟਰ ਦੀਆਂ, ਮੈਂ ਇੱਥੇ ਕਿਤੇ ਪੜ੍ਹਿਆ, ਵਾਟਰ ਦੀ ਕੋਈ ਕੰਪਨੀ ਹੈ ਤੇ ਉਹ ਘਰ ਪੀਣ ਵਾਲੇ ਪਾਣੀ ਦੀ ਐਡਵਰਟਾਈਜ਼ਮੈਂਟ ਕਰਦੇ ਪਿਓਰ ਪਲੱਸ। ਆਪਣਾ ਆਪਣਾ ਤਰੀਕਾ ਹੈ ਦੱਸਣ ਦਾ। ਕਹਿੰਦੇ ਜੋ ਤੇਰੇ ਬਣ ਗਏ, ਉਹ ਫਿਰ
खरे प्यारे प्योर प्लस हो गए, कोई उन्हां च कमी पेशी नहीं रही, कोई उन्हां च पतत पुणा नहीं रहा, कोई उन्हां च ऊणताई नहीं रही। क्यों? क्योंकि तू संतन के प्राणा जियो, तेरा जिहड़ा वासा है उन्हां संतां दे, ਉੱਚੀ ਬਿਰਤੀ वाले लोगां दे, भगतां दे प्राणा दे विच है। अकाल पुरख उन्हां दे प्राणा दे विच वस रिहा। इसे करके लफ्ज आए ने एक शब्द, उत्थे दद्दे नूं औंकड़ है, एक नूं औंकड़ है, कक्के नूं। एक शब्द मेरे प्राण बसत है, बहुड़ जन्म न आवां। आ गया गुण अकाल पुरख दा, ਸਰੂਪ ਦਾ, ਗੁਰਪ੍ਰਸਾਦ ਦੇ ਨਾਲ, ਕਿਰਪਾ ਦੇ ਨਾਲ, ਬਰਕਤ ਦੇ ਨਾਲ, ਬਖਸ਼ਿਸ਼ ਦੇ ਨਾਲ। ਪਰ ਮਿਹਨਤ ਕਰਨੀ ਪਊਗੀ, ਨਾਮ ਜਪਣਾ ਪਊਗਾ, ਇਸ ਦੇ ਬਿਨਾਂ ਗੁਜ਼ਾਰਾ ਨਹੀਂ ਹੈ। ਤੇਰੀ ਕਿਰਪਾ ਦੇ ਨਾਲ ਉਹਨਾਂ ਦੇ ਸਾਹ ਚੱਲ ਰਹੇ ਨੇ, ਔਰ ਉਹਨਾਂ ਦੇ ਸਾਹ ਦੇ ਵਿੱਚ ਤੂੰ ਆਪ ਵਰਤ ਰਿਹਾ, ਪ੍ਰਾਣਾਂ ਦੇ ਵਿੱਚ ਤੂੰ ਆਪ ਵਰਤ ਰਿਹਾ। ਇਸੇ ਕਰਕੇ ਲਿਖਿਆ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉ। ਆ ਸਿਚੁਏਸ਼ਨ ਸਾਡੀ ਆਈ ਹੈ, ਅਸੀਂ ਰੱਬ ਨੂੰ ਤੇ ਮੰਨਦੇ ਹਾਂ। ਆ ਸਿਚੁਏਸ਼ਨ ਆਈ ਹੈ ਸਾਡੀ, ਭਰੋਸਾ 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 ਮੰਨ ਜੋ। ਇਹ ਚੀਜ਼ਾਂ ਵਰਤਣਗੀਆਂ, ਇਹਨੂੰ ਮਿਹਨਤ ਕਰਨੀ ਪਊਗੀ, ਇਸ ਪ੍ਰਬੰਧ ਦੇ ਵਿੱਚ ਸ਼ਾਮਲ ਹੋਣਾ ਪਊਗਾ। ਇੱਕ ਰੱਬ ਨੂੰ ਮੰਨਣਾ, ਇੱਕ ਰੱਬ ਚ ਪ੍ਰਤੀਤ ਭਰੋਸਾ, ਇੱਕ ਰੱਬ ਦੇ ਨਾਲ ਕਮਿਟਮੈਂਟ, ਔਰ ਇੱਕ ਰੱਬ ਦਾ ਜਾਪ। आगे चलिए। उन संतन कै मेरा मन कुर्बान है। हुणे कुर्बान लफ्ज आया, किते वारी जाना लफ्ज आया, किते बलहार लफ्ज आया, किते घुमे घुमे जाना लफ्ज आया। ये की है? उन संतन कै मेरा मन कुर्बान है। सदके किदां जाना है? सदके इदां जाना भी उन्हां दे मुताबिक जिंदगी जिउणी आरंभ कर देनी। जिस तरह टीचर सानू क्लास दे विच पहलियां छोटियां जमातां दे विच सौखे सौखे सानू चीज़ां दसदे है, 1 जमा 1 बराबर 2। ठीक है? फिर ये हौली 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 अगे वधदा, ये इक्वेशन बन जाती है। इस ਇਹਦਾ ਫਿਰ ਸਰੂਪ ਚੇਂਜ ਹੁੰਦਾ, ਇਹਦੇ ਫਿਰ ਡੂੰਘਾਈ ਚ ਬੱਚਾ ਜਾਂਦਾ, ਪੂਰਾ ਮੈਥਮੈਟਿਕਸ ਸਿੱਖਦਾ। ਕਈ ਤਰ੍ਹਾਂ ਦੀਆਂ ਚੀਜ਼ਾਂ, ਕਈ ਤਰ੍ਹਾਂ ਦੇ ਵਿੱਚ ਉਹਦੇ ਟੌਪਿਕਸ ਆਉਂਦੇ ਨੇ ਮੈਥਸ ਦੇ ਵਿੱਚ, ਉਹ ਸਾਰੇ ਫਿਰ ਬੱਚਾ ਸਿੱਖਦਾ, ਕਿਉਂਕਿ ਉਹ ਟੀਚਰ ਉਹਨੂੰ ਪੜ੍ਹਾ ਰਿਹਾ। ਉਹ ਟੀਚਰ ਦੇ ਮੁਤਾਬਕ, ਟੀਚਰ ਦੇ ਦੱਸਣ ਦੇ ਮੁਤਾਬਕ ਉਹ ਬੱਚਾ ਜਿਹੜਾ ਮਿਹਨਤ ਕਰ ਰਿਹਾ। ਉਨ ਸੰਤਨ ਕੈ ਮੇਰਾ ਮਨ ਕੁਰਬਾਨ ਹੈ। ਮਤਲਬ ਉਹ ਸੰਤ ਜਿੱਦਾਂ ਜਿੱਦਾਂ ਗਿਆਨ ਦੇ ਰਹੇ ਹੈ, ਭਗਤ ਲੋਕ, ਉੱਚੀ ਬਿਰਤੀ ਦੇ ਲੋਕ ਜਿਸ ਤਰ੍ਹਾਂ ਗਿਆਨ ਦੇ ਰਹੇ ਹੈ, ਉਹ ਅਭਿਆਸੀ ਉਸ ਮੁਤਾਬਕ ਆਪਣੀ ਜ਼ਿੰਦਗੀ ਜਿਉਣੀ ਆਰੰਭ ਕਰਦਾ ਹੈ। ਕਿਸ ਤਰ੍ਹਾਂ? ਗਰੀਬੀ ਚ ਆ ਕੇ। ਗਿਆਨ ਉਹਨਾਂ ਨੂੰ ਹੀ ਆਏਗਾ ਜੋ ਤੇਰੇ ਭਾਣੇ ਦੇ ਵਿੱਚ ਆਉਣਗੇ। ਇਹ ਗੱਲ ਲਿਖ ਲਓ। ਗਿਆਨ ਉਹਨਾਂ ਨੂੰ ਹੀ ਆਏਗਾ ਜੋ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਆਉਣਗੇ। ਗਰੀਬੀ ਬੜੀ ਇੰਪੋਰਟੈਂਟ ਹੈ ਇਹਦੇ ਵਾਸਤੇ। ਇਹ ਸ਼ਬਦ ਆਉਂਦੇ ਆ, ਹੁਣ ਇਹ ਚੀਜ਼ ਨੋਟ ਕਰਨੀ ਹੈ, ਵੈਰੀ ਇੰਪੋਰਟੈਂਟ ਸ਼ਬਦ ਹੈ। ਸ਼ਬਦ ਦੀ ਰਹਾਉ ਦੀ ਤੁਕ ਹੈ। ਦਾਸਾਂ ਕਾ ਦਾਸ ਵਿਰਲਾ ਕੋਈ ਹੋਏ। ਨੌਕਰ ਨਹੀਂ, ਕੱਲਾ ਦਾਸ ਨਹੀਂ, ਦਾਸਾਂ ਦਾ ਦਾਸ। ਜਿਹੜੇ ਅਕਾਲ ਪੁਰਖ ਦੇ ਸੇਵਕ ਨੇ, ਜਿਹੜੇ ਅਕਾਲ ਪੁਰਖ ਦੇ ਦਾਸ ਨੇ, ਉਹਨਾਂ ਦਾ ਦਾਸ ਬਣਦੇ ਨੇ। ਮਹੱਲੇ ਤੀਜੇ ਦਾ ਸ਼ਬਦ ਹੈ ਗੁਰੂ ਅਮਰਦਾਸ ਪਾਤਸ਼ਾਹ ਦਾ। ਕਹਿੰਦੇ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ। ਉਹ ਜੇ ਤੂੰ ਹੋ ਗਿਆ, ਉੱਤਮ ਪਦਵੀ ਪਾਵੈ ਸੋਏ। ਉਹਨੂੰ ਫੇਰ श्रेष्ठ आत्मक तौर पर श्रेष्ठ का दर्जा हासिल करता है, आत्मक दर्जा हासिल करता है, उत्तम पदवी हासिल करता है। गरीबी लैके आनी पऊगी, क्योंकि ये राह दा सब तो पहला जिहड़ा है ये आरंभ है। गरीबी, निम्रता। उन संतन कै
मेरा मन कुर्बाने, जिन तू जाता जो तुद मन भाने। ਉਹਨਾਂ ਦਾ ਸੰਗ, ਉਹਨਾਂ ਦਾ ਉਪਦੇਸ਼, ਉਹਨਾਂ ਵੱਲੋਂ ਦਿੱਤਾ ਗਿਆਨ ਫॉलो करना पएगा, फॉलो करना पएगा। क्योंकि वो ज्ञान ही उन्होंने तां आएगा भी वो आत्मक दर्जा, आत्मक अवस्था हासिल कर चुके होंगे। तिनकै संग सदा सुख पाया, तिनकै संग सदा सुख पाया। ਹੁਣ ਇੱਕ ਫਾਰਮੂਲਾ ਹੋਰ ਦੱਸਦਾ ਜਿਹੜਾ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਲਾਗੂ ਹੋਏਗਾ। ਸੁੱਖ ਦੇ ਸਪੈਲਿੰਗ ਦੇਖ ਲਓ। ਇਹ ਜਿਹੜਾ ਸੱਸੇ ਨੂੰ ਔਂਕੜ ਤੇ ਖੱਖਾ, ਖੱਖੇ ਨੂੰ ਔਂਕੜ, ਇਹ ਜਿਹੜਾ ਸੁੱਖ ਹੈ ਜਿਹਦੇ ਖੱਖੇ ਨੂੰ ਔਂਕੜ ਹੈ, ਇਹਦਾ ਮਤਲਬ ਹੈ ਸ਼ਬਦ ਰੂਪੀ ਸੁੱਖ, ਆਤਮਿਕ ਸੁੱਖ ਪਲੱਸ ਦੁਨਿਆਵੀ ਸੁੱਖ। ਇਹਦੇ ਵਿੱਚ ਦੁਨਿਆਵੀ ਸੁੱਖ ਵੀ ਆਉਣਗੇ ਜੇ ਅਸੀਂ ਨਾਮ ਜਪਦੇ ਹਾਂ। ਨਾਮ ਜਪ ਕੇ ਅਸੀਂ ਇਹ ਨਾਮ ਜਪ ਕੇ ਇਹ ਅਵਸਥਾ ਆਏਗੀ ਸੁੱਖ ਦੀ। ਔਰ ਇਹਦੇ ਵਿੱਚ ਜਿਹੜੇ ਬਾਕੀ ਸਾਰੇ ਦੁਨਿਆਵੀ ਜਿਨ੍ਹਾਂ ਦੀਆਂ ਅਸੀਂ ਅਰਦਾਸਾਂ ਕਰਾਉਂਦੇ ਹਾਂ ਪੈਸੇ ਦੇ ਕੇ, ਵੀ ਸਾਨੂੰ ਸਾਡੇ ਘਰ ਮੁੰਡਾ ਹੋ ਜੇ, ਸਾਨੂੰ ਨੌਕਰੀ ਮਿਲ ਜੇ, ਸਾਡੇ ਕਾਰੋਬਾਰ 'ਚ ਵਾਧਾ ਹੋਵੇ, ਸਾਡਾ ਪਰਿਵਾਰ ਸੁੱਖੀ ਸਾਂਦੀ ਜਾਵੇ। ਇੰਡੀਆ, ਇੱਥੇ ਅਰਦਾਸਾਂ ਹੁੰਦੀ, ਇੰਡੀਆ ਜਾਣ ਦੀ ਅਰਦਾਸ ਹੁੰਦੀ, ਜਹਾਜ਼ 'ਚ ਜਾਣਾ ਵੀ ਪਰਿਵਾਰ ਚੱਲਿਆ ਸੁੱਖੀ ਸਾਂਦੀ। ਇਹ ਆਪ ਕਰੋ, ਇਹ ਆਪ ਕਰੋ, ਉਹਦੇ ਭਾਣੇ 'ਚ ਰਹੋ, ਭਰੋਸਾ ਰੱਖੋ, ਵਾਹਿਗੁਰੂ ਵਾਹਿਗੁਰੂ ਕਰਦੇ ਜਾਓ। ਸੋ ਤਿੰਨ ਕੇ ਸੰਗ ਸਦਾ ਸੁੱਖ ਪਾਇਆ। ਦੁਨਿਆਵੀ ਸੁੱਖ ਇਹ ਬੋਨਸ ਦੇ ਰੂਪ 'ਚ ਤੁਹਾਨੂੰ ਮਿਲਣਗੇ। ਬਾਕੀ ਜਿਹੜਾ ਆਤਮਿਕ ਸੁੱਖ ਹੈ ਤੁਸੀਂ ਕੋਸ਼ਿਸ਼ ਉਹਦੀ ਹੀ ਕਰਨੀ ਹੈ ਪਾਉਣ ਦੀ, ਸੁੱਖ ਪਾਉਣ, ਉਹੀ ਸੁੱਖ ਪਾਉਣ ਦੀ, ਖੱਖੇ ਨੂੰ ਔਂਕੜ ਵਾਲਾ ਉਹਦਾ ਕੰਮ ਕਰਨਾ ਅਸੀਂ। ਦੁਨਿਆਵੀ ਜਿਹੜੇ ਹੈ ਸੰਪੈ ਕਾਰਨ ਈਸਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ, ਉਹ ਅਕਾਲ ਪੁਰਖ ਨੇ ਲਿਖ ਦਿੱਤਾ ਆਲਰੇਡੀ। ਜਿੰਨਾ ਸਾਨੂੰ ਮਿਲਣਾ, ਜੋ ਸਾਡੇ ਕਿਸਮਤ 'ਚ ਹੈ, ਉਹ ਲਿਖਿਆ ਆਲਰੇਡੀ। ਹੁਣ ਨਾਮ ਦੇ ਰਸ ਦੇ ਵਿੱਚ ਤਿੰਨ ਕੈ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ। ਉਹਨਾਂ ਨੂੰ ਜਦੋਂ ਫੋਲੋ ਕੀਤਾ, ਉਹਨਾਂ ਦੇ ਮੁਤਾਬਕ, ਉਹਨਾਂ ਦੇ ਅਸੂਲਾਂ ਦੇ ਮੁਤਾਬਕ, ਉਹਨਾਂ ਦੀ ਆਪਣੀ ਪਰਸਨੈਲਿਟੀ ਦੇ ਮੁਤਾਬਕ, ਸੰਤਾਂ ਦੀ ਪਰਸਨੈਲਿਟੀ ਦੇ ਮੁਤਾਬਕ ਜਦੋਂ ਮੈਂ ਜ਼ਿੰਦਗੀ ਜਿਉਣੀ ਆਰੰਭ ਕੀਤੀ, ਗਰੀਬੀ ਦੇ ਵਿੱਚ ਆ ਕੇ ਮੈਨੂੰ ਗਿਆਨ ਦਾ ਪ੍ਰਕਾਸ਼ ਹੋਇਆ। ਉਹਨਾਂ ਵੱਲੋਂ ਦਿੱਤੇ ਗਿਆਨ ਨੂੰ ਮੈਂ ਫੋਲੋ ਕਰਦਾ ਰਿਹਾ, ਮੈਂ ਸੁੱਖ ਪਾਇਆ, ਸ਼ਬਦ ਰੂਪੀ ਸੁੱਖ ਪਲੱਸ ਦੁਨਿਆਵੀ ਸੁੱਖ। ਨਾਮ ਦੇ ਰਸ ਦੇ ਵਿੱਚ ਤ੍ਰਿਪਤ ਹੋ ਗਿਆ। ਅਗਾਨਾ, ਅਗਾਨਾ ਹੁੰਦਾ ਵੀ ਸੰਗ ਤੱਕ ਰੱਜ ਗਿਆ। ਜਿੱਦਾਂ ਰੋਟੀ ਨਹੀਂ ਕਈ ਵਾਰੀ ਸਵਾਦ ਸਵਾਦ 'ਚ ਜ਼ਿਆਦਾ ਖਾ ਲਈ ਦੀ ਤੇ ਆਪਾਂ ਕਹਿੰਦੇ ਹਾਂ ਯਾਰ ਗਲੇ ਤੱਕ ਭਰ ਗਿਆ, ਇਹ ਹੈ ਅਗਾਨਾ। ਅਗਾਨਾ ਨਾਮ ਦੇ ਰਸ ਦੇ ਵਿੱਚ ਤ੍ਰਿਪਤ ਹੋ ਗਿਆ ਔਰ ਉਹ ਰਸ ਸੰਗ ਤੱਕ ਮੈਂ ਰੱਜ ਗਿਆ। ਵਾਹਿਗੁਰੂ 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 ਵਾਹਿਗੁਰੂ। ਇਹਦੇ ਵਾਸਤੇ ਮਿਹਨਤ ਇਹ ਕਰਨੀ ਪਊਗੀ, ਗੁਰਮੁਖ ਸਿਸਟਮ ਦੇ ਵਿੱਚ ਆਉਣਾ ਪਊਗਾ। ਇੱਕੋ ਸੇਵੋ ਅਵਰ ਨਾ ਕੋਏ, ਜਿਤ ਸੇਵਿਆ ਸਦਾ ਸੁਖ ਹੋਏ। ਖੱਖੇ ਨੂੰ ਔਂਕੜ, ਨਾ ਉਹ ਮਰੈ ਨਾ ਆਵੈ ਜਾਏ, ਤਿਸ ਬਿਨ ਅਵਰ ਸੇਵੀ ਕਿਉ ਪਾਏ। ਜੂਨਾਂ ਤੋਂ ਮੁਕਤ, ਇਹ ਅਕਾਲ ਪੁਰਖ ਦੇ ਗੁਣ ਨੇ। ਇਹ ਸਾਰੇ ਸਿੱਖ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਗੁਰਪ੍ਰਸਾਦ ਦੇ ਨਾਲ। ਆਪਣੇ ਸੇਵਕ ਕੀ ਸਰ ਪਰ ਰੱਖ ਹੈ। ਸਰ ਪਰ ਦਾ ਮਤਲਬ ਹੁੰਦਾ ਡੈਫੀਨੇਟ, ਪਰ ਉਹਦੇ ਲਈ ਭਰੋਸਾ ਚਾਹੀਦਾ। अपने सेवक की सर पर रख है, अपने दास को दे वडाई, अपने सेवक को नाम जपाई। मैं एक तुक मिस कर रहा। अपने जन का पर्दा ढक है, अपने सेवक की सर पर रख है, अपने दास को दे वडाई, अपने सेवक को नाम जपाई, अपने सेवक की आप पत रख है, ताकि गतमित कोई ना लख है, प्रभ के सेवक को ना पहुंचै,
प्रभ के सेवक ऊंच ते ऊंचे, जो प्रभ अपनी सेवा लाया, नानक सो सेवक दह दिस प्रगटाया। अगली वारी आपां इसे जप नूं कंटिन्यू रखांगे। शब्द असीं दो विचार लए, एक पौड़ी और एक माझ महला पंजवां। हुण एग्जाम्पल्स जिहड़े मैं प्रमाण कहंदा सी, तिन ही किया जप तप ध्यान। इत्थे पप्पे नूं भी औंकड़ है, जप तप और ध्यान दे नन्ने नूं भी औंकड़ है। तिन ही किया जप तप ध्यान, अनक प्रकार किया तिन दान। ਉਹਨਾਂ ਨੂੰ ਕੋਈ ਦਾਨ ਕਰਨ ਦੀ ਲੋੜ ਨਹੀਂ ਹੈ, ਉਹਨਾਂ ਨੂੰ ਕੋਈ ਵੱਖਰਾ ਅਡੰਬਰ ਕਰਨ ਦੀ ਲੋੜ ਨਹੀਂ ਹੈ। ਭਗਤ ਸੋਈ ਕਲ ਮੈਂ ਪ੍ਰਵਾਨ, ਜਾ ਕੋ ਠਾਕੁਰ ਦੀਆ ਮਾਨ। ਉਹੀ ਭਗਤ ਪ੍ਰਵਾਨ ਹੈ ਜਿਹਨੂੰ ਅਕਾਲ ਪੁਰਖ ਨੇ, ਕਰਤੇ ਪੁਰਖ ਨੇ ਆਪ ਆਦਰ ਬਖਸ਼ਿਆ। ਹੁਣ ਜਪ ਤਪ ਸਭ ਇਹ ਸ਼ਬਦ ਹੈ ਸਾਰ। ਬਹੁਤ ਵਧੀਆ ਤੁਕ ਹੈ, ਬਹੁਤ ਵਧੀਆ। ਇੱਥੇ ਇੰਨੀ ਤੁਕ ਦੇ ਵਿੱਚ ਹੀ ਨਾਨਕ ਗਿਆਨ ਸਾਨੂੰ ਦਿੰਦੇ ਨੇ। ਬਾਬਾ ਨਾਨਕ ਕਹਿੰਦੇ ਭਣਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ, ਤਾਕੂ ਪਾਵੈ ਮੋਖ ਦੁਆਰ, ਜਪ ਤਪ ਸਭ ਇਹ ਸ਼ਬਦ ਹੈ ਸਾਰ। ਇਹ ਮੈਂ ਤੁਕ ਜ਼ਰੂਰ ਆਪ ਜੀ ਨੂੰ ਦਿਖਾਉਣੀ ਚਾਹੂੰਗਾ ਤਾਂ ਕਿ ਇਹ ਦਰਸ਼ਨ ਕਰੋ ਇਹਦੇ ਸਪੈਲਿੰਗ ਦੇ ਕਿਸ ਤਰ੍ਹਾਂ ਲਿਖਿਆ ਹੈ। ਜਪ ਤਪ ਸਭ ਇਹ ਸ਼ਬਦ, ਜਪ ਤਪ ਸਭ ਇਹ ਸ਼ਬਦ ਹੈ ਸਾਰ। ਕਰੋ ਜੀ ਦਰਸ਼ਨ, ਹੁਣ ਦੇਖੋ ਧਿਆਨ ਦੇ ਨਾਲ। ਜਪ ਔਂਕੜ, ਤਪ ਪੱਪੇ ਨੂੰ ਔਂਕੜ, ਸਭ ਨੂੰ ਔਂਕੜ, ਹਾਹੇ ਨੂੰ ਔਂਕੜ, ਸ਼ਬਦ ਨੂੰ ਔਂਕੜ, ਹੈ ਸਾਰ ਦੇ ਰਾਰੇ ਨੂੰ ਔਂਕੜ। ਇਹ ਅਕਾਲ ਪੁਰਖ ਦਾ ਨਾਮ ਹੀ ਨਾਮ ਹੀ ਨਾਮ ਹੀ ਨਾਮ ਹੀ ਸਾਰ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦਾ। ਇੱਕ ਗੱਲ ਸਮਝ ਲਓ, ਜਪ ਤਪ, ਜਪ ਤੇ ਹੈ ਹੀ, ਤਪ ਵੀ ਇਹੀ ਹੈ। ਕੋਈ ਵੱਖਰਾ ਤਪ ਜਿੱਦਾਂ ਇਹ ਆਏਗਾ, ਆਪਾਂ ਜਦੋਂ ਅਗਲੀ ਵਾਰੀ ਅਗਲੇ ਸੰਡੇ ਗੱਲ ਕਰਾਂਗੇ, ਜੱਜਾ ਪੱਪਾ ਉੱਥੇ ਲੈ ਕੇ ਆਵਾਂਗੇ ਇਹ ਚੀਜ਼ਾਂ। ਇਹ ਹਲੇ ਆਪਾਂ ਵਿੱਚ ਮਿਕਸ ਨਹੀਂ ਕਰਨੀ। ਸਭ ਸਭ ਹੋਰ ਵੀ ਜੋ ਜਿੰਨਾ ਵੀ ਕਹਿੰਦੇ, ਜਿੱਦਾਂ ਆਪਾਂ ਕਹਿੰਦੇ ਨਹੀਂ ਐਂਡ ਸੋ ਔਨ, ਜਿੰਨਾ ਵੀ ਹੋਰ ਕੁਛ, ਇਹ ਸ਼ਬਦ ਹੈ ਸਾਰ। ਤਤ ਵਸਤੂ ਇਹ ਸ਼ਬਦ ਹੀ ਹੈ। ਭਣਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ। ਇਹ ਸਾਚੀ ਬਾਣੀ ਦਾ ਵੀ ਕਿਸ ਦਿਨ ਆਪਾਂ ਇਹਦੇ ਜਪਜੀ ਸਾਹਿਬ ਸਵਸਤਾਤ ਬਾਣੀ ਬਰਮਾਓ, ਉੱਥੇ ਚੀਜ਼ਾਂ ਆਉਣੀਆਂ ਨੇ। ਇਸ ਕਰਕੇ ਬੜੇ ਧਿਆਨ ਨਾਲ ਇੱਕ ਇੱਕ ਚੀਜ਼ ਫੋਲੋ ਕਰਦੇ ਜਾਣਾ, ਸੁਣਦੇ ਜਾਣਾ, ਸਮਝਦੇ ਜਾਣਾ, ਵਿਚਾਰ ਕਰਦੇ ਜਾਣਾ। ਔਰ ਸਮਾਂ ਦਿਓ ਇਸ ਚੀਜ਼ ਨੂੰ, ਸਮਾਂ ਦਿਓ ਆਪਣੀ ਜ਼ਿੰਦਗੀ ਦਾ। ਹਫਤੇ ਦਾ 1-2 ਘੰਟੇ ਜ਼ਰੂਰ ਇਸ ਬੰਨੇ ਲਾਓ, ਬਾਣੀ ਵੀ ਪੜ੍ਹੋ, ਪਰ ਇਹਦੀ ਵਿਚਾਰ ਵਾਲੇ ਪਾਸੇ ਜ਼ਰੂਰ ਆਓ। ਇਹਨੂੰ ਜ਼ਰੂਰ ਧਿਆਨ ਦੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਾਚੀ ਬਾਣੀ ਸਿਉ ਧਰੇ ਪਿਆਰ। ਪਿਆਰ ਕਿਹਦੇ ਨਾਲ ਪਾਉਣਾ ਸੀ? ਪਿਆਰ ਕਿਹਦੇ ਨਾਲ ਪਾਉਣਾ? ਨਾਮ ਦੇ ਨਾਲ। ਬੜੇ ਹਰਨਾਮ ਹਮਾਰੀ ਸੰਗਤ ਅਤ ਪਿਆਰੀ। ਇਹ ਚੀਜ਼ਾਂ ਖੁੱਲਣਗੀਆਂ ਸਾਰੀਆਂ ਅੱਗੇ ਆ ਕੇ। ਹਲੇ ਇਹਨੂੰ ਇੰਨਾ ਹੀ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਲੱਗਦਾ ਉਸ ਤਰ੍ਹਾਂ ਅਡਾਪਟ ਕਰੋ ਇਹਨੂੰ। ਅੱਗੇ ਜਾ ਕੇ ਆਪਾਂ ਇਸ ਚੀਜ਼ ਨੂੰ ਖੋਲਾਂਗੇ ਵੀ ਸਾਚੀ ਬਾਣੀ ਕੀ ਹੈ, ਬਾਣੀ ਕੀ ਹੈ, ਅੰਮ੍ਰਿਤ ਬਾਣੀ ਕੀ ਹੈ, ਗੁਰਬਾਣੀ ਕੀ ਹੈ। ਇਹ ਚੀਜ਼ਾਂ ਸਾਰੀਆਂ ਅੱਗੇ ਆ ਜਾਣੀਆਂ। ਅੱਛਾ, ਤਾਕੋ ਪਾਵੇ ਮੋਖ ਦੁਆਰ, ਜਪ ਤਪ ਸਭ ਇਹ ਸ਼ਬਦ ਹੈ ਸਾਰ। ਇੱਕ ਇਕੱਲਾ ਸ਼ਬਦ ਸਭ ਕਾਸੇ ਦਾ ਸਾਰ ਹੈ। ਦੁਨੀਆ ਦਾ ਕੋਈ ਗਿਆਨ, ਦੁਨੀਆ ਦੀ ਕੋਈ ਭਗਤੀ, ਦੁਨੀਆ ਦਾ ਕੋਈ ਜਪ, ਦੁਨੀਆ ਦਾ ਕੋਈ ਤਪ, ਦੁਨੀਆ ਦੇ ਕੋਈ ਕਰਮ ਕਾਂਡ ਅਡੰਬਰ ਉਸ ਸ਼ਬਦ ਦਾ ਮੁਕਾਬਲਾ ਨਹੀਂ ਕਰ ਸਕਦੇ। ਸਾਰੇ ਉਸ ਸ਼ਬਦ ਦੇ ਅੱਗੇ ਢਹਿ ਢੇਰੀ ਨੇ। ਕੋਈ ਮਾਨਤਾ ਨਹੀਂ ਹੈ ਉਸ ਸ਼ਬਦ ਦੇ ਅੱਗੇ।